Students, once again welcome to my YouTube channel. This is my first session of class 9th SST. This is chapter name Shri Guru Nanak Dev Ji and Contemporary Society. This is a history part of class 9th. This session is based upon to the PSCB syllabus which is prescribed for the class 9th class. Starting from this session, पहला तो इस चैप्टर का मीनिंग समझा जाए गुरु नानक देव जी एंड हिज कंटैम्पररी सोसाइटी। गुरु नानक देव जी ਅਤੇ ਉਸ ਸਮੇਂ ਦੇ ਚੱਲ ਰਹੇ ਸਮਾਜਿਕ ਕੰਮ ਜਾਂ ਉਹਨਾਂ ਦੇ ਬਾਰੇ ਗੱਲ ਕੀਤੀ ਗਈ ਹੈ ਇਸ ਚੈਪਟਰ ਦੇ ਵਿੱਚ। ਇਹ ਜਿਹੜਾ ਚੈਪਟਰ ਆ ਉਹ ਨੀਅਰ ਬਾਏ ਸਟਾਰਟ ਕਿਤੋਂ ਹੁੰਦਾ ਵਾ 15th ਸੈਂਚਰੀ ਤੋਂ ਸਟਾਰਟ ਹੋ ਰਿਹਾ ਵਾ। 15th ਸੈਂਚਰੀ ਦੇ ਅਰਲੀਅਰ ਇਹ ਲਾਸਟ ਦੇ ਵਿੱਚ ਸੀਗਾ, ਮਿਡ ਦੇ ਵਿੱਚੋਂ 15ਵੀਂ ਸਦੀ ਯਾਨੀ ਕਿ 1600 ਦੇ ਵਿੱਚ ਤੇ 1700 ਦੇ ਸ਼ੁਰੂ ਦੇ ਵਿੱਚ ਦੇ ਇਹ ਸਾਰੀਆਂ ਗੱਲਾਂ ਇਹਦੇ ਵਿੱਚ ਦੱਸੀਆਂ ਗਈਆਂ ਨੇ। ਉਸ ਸਮੇਂ ਜਿਹੜਾ ਪੰਜਾਬ ਸੀਗਾ, ਪੰਜਾਬ ਇਜ਼ ਅੰਡਰ ਰੂਲ ਆਫ 2 ਦੇ ਲੋਧੀ ਜਿਹੜੇ ਹੁੰਦੇ ਸੀ, ਦੌਲਤ ਖਾਨ ਲੋਧੀ, ਇਬਰਾਹਿਮ ਲੋਧੀ, ਇਹਨਾਂ ਦੇ ਅੰਡਰ ਜਿਹੜਾ ਸੀਗਾ ਪੰਜਾਬ ਵਰਕ ਕਰ ਰਿਹਾ ਸੀਗਾ। ਇਸ ਸਮੇਂ ਜਿਹੜੇ ਪੋਲੀਟੀਸ਼ੀਅਨ ਸੀਗੇ ਉਹ ਕਰੈਕਟਰਾਈਜ਼ ਬਾਏ ਦੀਆਂ ਮਿਸ ਰੂਲਸ ਐਂਡ ਕਰਪਸ਼ਨ। ਉਸ ਸਮੇਂ ਕੀ ਸੀਗਾ, ਮਿਸ ਰੂਲ ਬਹੁਤ ਜ਼ਿਆਦਾ ਸੀਗਾ ਵੀ ਜਿਹੜਾ ਵੀ ਬੰਦਾ ਸੀਗਾ ਉਹ ਆਪਣੇ ਅਕੋਰਡਿੰਗ ਆਪਣੀ ਸੁਸਾਇਟੀ ਨੂੰ ਬਣਾਉਣ ਦੀ ਕੋਸ਼ਿਸ਼ ਕਰਦਾ ਸੀ ਅਤੇ ਆਲੇ ਦੁਆਲੇ ਸਾਰੇ ਕਿਤੇ ਕੀ ਸੀ, ਕਰਪਸ਼ਨ ਸੀਗਾ, ਯਾਨੀ ਕਿ ਪੈਸਿਆਂ ਦੇ ਹੋੜ ਮੱਚੀ ਹੋਈ ਸੀਗੀ। ਅਤੇ ਉਸ ਸਮੇਂ ਜਿਹੜੀਆਂ ਸੁਸਾਇਟੀਆਂ ਸੀਗੀਆਂ ਉਹ ਦੋ ਪਾਰਟਸ ਦੇ ਵਿੱਚ ਡਿਵਾਈਡ ਸੀਗੀਆਂ, ਮੁਸਲਿਮ ਐਂਡ ਹਿੰਦੂਜ਼। ਜਿਹੜੀਆਂ ਵੂਮਨ ਸੀਗੀਆਂ ਉਹ ਹਲੇ ਵੀ ਸਫਰ ਕਰ ਰਹੀਆਂ ਸੀ, ਅਨਟੱਚੇਬਲਸ ਐਂਡ ਪੂਅਰ ਸੋਸਾਇਟੀ ਜਿਹੜੀਆਂ ਸੀਗੀਆਂ। ਅਨਟੱਚੇਬਿਲਿਟੀ ਮੀਨਸ ਵੀ ਉਹਨਾਂ ਨੂੰ ਗਰਲਸ ਨੂੰ ਹਲੇ ਵੀ ਇਹੀ ਸੋਚਿਆ ਜਾਂਦਾ ਸੀ ਵੀ ਉਹ ਗਰਲਸ ਘਰੇ ਹੀ ਰਹਿਣਗੀਆਂ ਅਤੇ ਉਹਨਾਂ ਨੂੰ ਕੋਈ ਵੀ ਪਰਸਨ ਉਹਨਾਂ ਨੂੰ ਟੱਚ ਨਾ ਕਰੇ। ਅਤੇ ਪੂਅਰ ਲੋਕ ਜਿਹੜੇ ਸੀਗੇ ਉਹ ਹਲੇ ਵੀ ਆਪਣੀ ਜਿਹੜੀ ਲਾਈਫ ਸੀਗੀ ਉਹ ਵਧੀਆ ਨਹੀਂ ਸੀਗੀ। their religious life is full of to the empty rituals and these are also to be a dominance of their prestigely ਕਲਾਸ। ਵੀ ਹੁਣ ਜਿਹੜੇ ਧਾਰਮਿਕ ਲੋਕ ਸੀਗੇ ਉਸ ਸਮੇਂ ਜਿਹੜੇ ਧਾਰਮਿਕ ਗੁਰੂ ਮੰਨੇ ਜਾਂਦੇ ਸੀਗੇ ਉਹ ਆਪਣੇ ਆਪ ਦੀ ਵਧੀਆ ਲਾਈਫ ਜਿਉ ਰਹੇ ਸੀਗੇ, ਉਹਨਾਂ ਨੂੰ ਕਿਸੇ ਚੀਜ਼ ਦਾ ਕੋਈ ਡਰ ਨਹੀਂ ਸੀਗਾ, ਉਹ ਹਾਇਰ ਸਟੇਟਸ ਉਹਨਾਂ ਨੂੰ ਮਿਲਿਆ ਹੋਇਆ ਸੀਗਾ। ਅਤੇ ਜਿਹੜੇ ਕਾਮਨ ਲੋਕ ਸੀਗੇ ਹਲੇ ਵੀ ਟਰੈਪਡ ਸੀਗੇ, ਇਗਨੋਰੈਂਸ ਸੀਗੇ, ਬਲਾਈਂਡ ਫੇਥ ਸੀਗਾ ਉਹਨਾਂ ਵਿੱਚ ਅਤੇ ਫਾਲਸ ਬਲੀਫ ਸੀਗੇ। ਅਤੇ ਜਿਸ ਕਰਕੇ ਜਿਹੜਾ ਟਾਈਮ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਸਟਾਰਟ ਹੋਇਆ ਜਿਸ ਵਿੱਚ ਇਲਿਊਟੇਟਿਵਸ ਨਿਊ ਸੋਸਾਇਟੀ ਐਂਡ ਰਿਲੀਜੀਅਸ ਪਾਥ ਆਫ ਟੂ ਦੀ ਵਰਲਡ। ਕਹਿੰਦੇ ਜਦੋਂ ਗੁਰੂ ਨਾਨਕ ਦੇਵ ਜੀ ਸੀਗੇ ਉਹਨਾਂ ਤੋਂ ਪਹਿਲਾਂ ਜਿਹੜੇ ਲੋਕ ਸੀਗੇ ਉਹ ਹਲੇ ਵੀ ਕੀ ਸੀਗੇ, ਅੰਧ ਵਿਸ਼ਵਾਸਾਂ ਦੇ ਵਿੱਚ ਫਸੇ ਹੋਏ ਸੀਗੇ, ਉਹਨਾਂ ਨੂੰ ਹਲੇ ਵੀ ਝੂਠਾਂ ਦੇ ਉੱਤੇ ਵਿਸ਼ਵਾਸ ਕਰਦੇ ਸੀ। ਅਤੇ ਗੁਰੂ ਨਾਨਕ ਦੇਵ ਜੀ ਜਦੋਂ ਆਏ ਤਾਂ ਉਹਨਾਂ ਨੇ ਨਵੇਂ ਸਮਾਜ ਦੀ ਸਿਰਜਣਾ ਕੀਤੀ ਅਤੇ ਧਾਰਮਿਕ ਪਾਥ ਜਿਹੜਾ ਬਸ ਇੱਕ ਸਹੀ ਰਸਤਾ ਦਿਖਾਇਆ ਪੂਰੇ ਸੰਸਾਰ ਨੂੰ। ਤਾਂ ਹੁਣ ਜਿਹੜੀ ਇਹ ਸੁਸਾਇਟੀ ਦੇ ਬਾਰੇ ਜਿਹੜੀਆਂ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਟੀਚਿੰਗਾਂ ਦੱਸੀਆਂ ਉਹਦੇ ਬਾਰੇ ਗੱਲ ਕਰਾਂਗੇ। ਲਾਈਫ ਆਫ ਗੁਰੂ ਨਾਨਕ ਦੇਵ ਜੀ, ਇਹਦੇ ਬਾਰੇ ਸਭ ਨੂੰ ਪਤਾ ਵੀ ਗੁਰੂ ਨਾਨਕ ਦੇਵ ਜੀ ਦਾ ਜਿਹੜਾ ਜਨਮ ਹੋਇਆ ਸੀ ਉਹ 15 ਅਪ੍ਰੈਲ 1469 ਦੇ ਵਿੱਚ ਯਾਨੀ ਕਿ 1469 ਦੇ ਵਿੱਚ ਹੋਇਆ ਸੀ ਰਾਓਪਾਓ ਕੀ ਤਲਵੰਡੀ ਦੇ ਵਿੱਚ, ਜਿਹਨੂੰ ਨਾਮ ਹੁਣ ਅਸੀਂ ਕਹਿੰਦੇ ਨਨਕਾਣਾ ਸਾਹਿਬ ਜਿਹੜਾ ਕਿ ਪਾਕਿਸਤਾਨ ਦੇ ਵਿੱਚ ਆ। ਅਤੇ ਉਹਨਾਂ ਦੀ ਬਰਥ ਐਨੀਵਰਸਰੀ ਜਿਹੜੀ ਹੈ ਸੈਲੀਬਰੇਟ ਕੀਤੀ ਜਾਂਦੀ ਹੈ ਫੁੱਲ ਮੂਨ ਯਾਨੀ ਕਿ ਪੂਰਨਮਾਸ਼ੀ ਦੇ ਦਿਨ, ਜਿਹੜੀ ਕੱਤਕ ਦੀ ਪੂਰਨਮਾਸ਼ੀ ਹੁੰਦੀ ਹੈ ਜਿੱਥੇ ਫੁੱਲ ਮੂਨ ਹੁੰਦਾ ਵਾ ਉਦੋਂ। ਇਹ ਕਦੋਂ ਆਉਂਦੀ ਹੈ, ਨਵੰਬਰ ਅਤੇ ਅਕਤੂਬਰ ਦੇ ਵਿੱਚ ਆਉਂਦੀ ਆ। ਗੁਰੂ ਨਾਨਕ ਦੇਵ ਜੀ ਦੇ ਪਿਤਾ ਜੀ ਦਾ ਨਾਮ ਸੀਗਾ ਮਹਿਤਾ ਕਾਲੂ ਅਤੇ ਉਹ ਵਿਲੇਜ ਦੇ ਕੀ ਸੀਗੇ, ਪਟਵਾਰੀ ਸੀਗੇ। ਅਤੇ ਉਹਨਾਂ ਦੀ ਮੈਰਿਜ ਹੋਈ ਸੀ 14 ਸਾਲ ਦੇ ਵਿੱਚ ਬੀਬੀ ਸੁਲੱਖਣੀ ਦੇਵੀ ਜੀ ਦੇ ਨਾਲ। ਅਤੇ ਉਹਨਾਂ ਦੇ ਜਿਹੜੇ ਡਾਟਰ ਸੀਗੇ ਮੂਲ ਚੰਦ ਜੀ ਦੀ, ਅਤੇ ਰੈਜ਼ੀਡੈਂਟ ਸੀਗਾ ਬਟਾਲਾ ਦੇ ਵਿੱਚ ਅਤੇ ਡਿਸਟ੍ਰਿਕਟ ਸੀਗਾ ਗੁਰਦਾਸਪੁਰ। ਅਤੇ ਹੁਣ ਉਹਨਾਂ ਦੇ ਬਲੈਸਡ ਦੇ ਨਾਲ ਉਹਨਾਂ ਦੇ 2 ਬੱਚੇ ਹੋਏ ਜਿਨ੍ਹਾਂ ਦੇ ਸਨ ਸੀਗੇ, ਉਹਨਾਂ ਦਾ ਨਾਮ ਕੀ ਸੀਗਾ, ਸ਼੍ਰੀ ਚੰਦ ਅਤੇ ਸ਼੍ਰੀ ਲక్ష్ਮੀ ਚੰਦ। ਆ ਦੱਸਿਆ ਗਿਆ ਵਾ ਸਟ੍ਰੇਟ ਥ੍ਰਿਡ ਟੂ ਦੀ ਸੈਰੇਮਨੀ ਵੀ ਜਿਹੜਾ ਸਭ ਤੋਂ ਪਹਿਲਾਂ ਉਹਨਾਂ ਨਾਲ ਕੀ ਸੀਗਾ, ਜਨੇਊ ਜਿਹੜਾ ਹਿੰਦੂ ਧਰਮ ਦੇ ਵਿੱਚ ਮੰਨਿਆ ਜਾਂਦਾ ਵੀ ਉਹਨਾਂ ਨੂੰ ਇੱਕ ਛੋਟੀ ਜਿਹੀ ਏਜ ਦੇ ਵਿੱਚ ਜਨੇਊ ਦੀ ਪ੍ਰਥਾ ਦੇ ਅਕੋਰਡਿੰਗ ਉਹਨਾਂ ਨੂੰ ਇੱਕ ਜਨੇਊ ਦਿੱਤਾ ਗਿਆ ਵੀ ਉਹ ਧਾਰਨ ਕਰਨਗੇ। ਤਾਂ ਉਸ ਸਮੇਂ ਉਹਨਾਂ ਨੇ ਕੀ ਕੀਤਾ ਸੀਗਾ, ਗੁਰੂ ਨਾਨਕ ਦੇਵ ਜੀ ਦਾ ਜਿਹੜਾ ਬੋਰਨ ਹੋਇਆ ਸੀ ਉਹ ਵਿਸਾਖੀ ਦੇ 15 ਅਪ੍ਰੈਲ ਨੂੰ ਮੰਨਿਆ ਜਾਂਦਾ। ਵਾਈ ਦੀ ਬਰਥ ਸੈਰੀਮਨੀ ਸੈਲੀਬ੍ਰੇਟਡ ਇਨ ਟੂ ਦੀ ਨਵੰਬਰ ਐਂਡ ਅਕਤੂਬਰ ਕਲੈਕਟਿੰਗ ਟੂ ਦੀ ਇਨਫੋਰਮੇਸ਼ਨ ਆਫ ਟੂ ਦੀ ਹਿਸਟੋਰੀਕਲ ਰੀਜ਼ਨ ਐਂਡ ਟ੍ਰੈਡੀਸ਼ਨਲ ਬਿਹਾਈਂਡ ਦਿਸ। ਕਹਿੰਦੇ ਵੈਸੇ ਜਿਹੜਾ ਗੁਰੂ ਨਾਨਕ ਦੇਵ ਜੀ ਆ ਉਹਨਾਂ ਨੂੰ ਮੰਨਿਆ ਜਾਂਦਾ ਵੀ ਉਹ ਵਿਸਾਖੀ ਵਾਲੇ ਦਿਨ ਜਨਮ ਹੋਇਆ ਸੀ, ਪਰ ਫਿਰ ਵੀ ਕਿਉਂ ਅਜਿਹਾ ਕੀ ਕਾਰਨ ਸੀਗਾ ਵੀ ਜਿਹੜਾ ਉਹਨਾਂ ਦੀ ਕੱਤਕ ਦੀ ਪੂਰਨਮਾਸ਼ੀ ਨੂੰ ਮਨਾਇਆ ਜਾਂਦਾ, ਯਾਨੀ ਕਿ ਨਵੰਬਰ ਅਕਤੂਬਰ ਦੇ ਮਹੀਨੇ ਵਿੱਚ ਉਹਨਾਂ ਦੀ ਬਰਥ ਸੈਰੀਮਨੀ ਮਨਾਈ ਜਾਂਦੀ ਹੈ। ਤੁਸੀਂ ਕਲੈਕਟ ਕਰਨੀ ਹੈ ਇਹਦੇ ਬਾਰੇ ਇਨਫੋਰਮੇਸ਼ਨ ਅਤੇ ਉਹ ਦੱਸਣੀ ਆ। ਦੇਖੋ ਹੁਣ ਕੀ ਸੀਗਾ, ਜਦੋਂ 9 ਸਾਲ ਦੀ ਏਜ ਦੇ ਵਿੱਚ ਸੀ ਅਕੋਰਡਿੰਗ ਟੂ ਹਿੰਦੂ ਟ੍ਰੈਡੀਸ਼ਨ ਵੀ ਜਿਹੜਾ ਹਿੰਦੂ ਧਰਮ ਸੀਗੇ ਉਹਦੇ ਵਿੱਚ ਜਨੇਊ ਪਾਇਆ ਜਾਂਦਾ ਸੀ, ਯਾਨੀ ਕਿ ਸੈਕਰਡ ਜਿਹੜਾ ਥਰੈਡ ਹੁੰਦਾ ਵਾ ਉਹ ਪਾਇਆ ਜਾਂਦਾ ਸੀ। ਸੈਰੇਮਨੀ ਪਰਫੋਰਮ ਕੀਤੀ ਗਈ। ਇਸ ਸਮੇਂ ਜਿਹੜੇ ਫੈਮਿਲੀ ਦੇ ਪੁਰੋਹਿਤ ਪੰਡਿਤ ਸੀਗੇ ਹਰਦਿਆਲ ਇੰਪੋਰਟਡ, ਉਹ ਚਾਹੁੰਦੇ ਸੀ ਵੀ ਉਹਨਾਂ ਨੂੰ ਕੀ ਆ ਉਹ ਧਾਗਾ ਦਿੱਤਾ ਜਾਵੇ, ਯਾਨੀ ਕਿ ਜਨੇਊ ਦਿੱਤਾ ਜਾਵੇ ਗੁਰੂ ਨਾਨਕ ਦੇਵ ਜੀ ਨੂੰ। ਪਰ ਗੁਰੂ ਨਾਨਕ ਦੇਵ ਜੀ ਨੇ ਰਿਫਿਊਜ਼ ਟੂ ਬੀਅਰ ਇਟ, ਪਰ ਗੁਰੂ ਨਾਨਕ ਦੇਵ ਜੀ ਨੇ ਉਹਨਾਂ ਨੂੰ ਪਾਉਣ ਨੂੰ ਮਨਾ ਕਰ ਦਿੱਤਾ। ਇਨ ਦਿਸ ਵੇ ਦੀ ਏਜ ਆਫ 9 ਹੀ ਵਾਜ਼ ਚੈਲੰਜ ਟੂ ਦੀ ਰਿਲੀਜੀਅਸ ਐਂਡ ਸੋਸ਼ਲ ਆਰਥੋਡਾਕਸ
ਤੇ ਉਹਨਾਂ ਨੇ ਇਸ ਤਰੀਕੇ ਨਾਲ 9 ਸਾਲ ਦੀ ਏਜ ਦੇ ਵਿੱਚ ਉਹਨਾਂ ਨੇ ਕੀ ਆ ਧਾਰਮਿਕ ਤੇ ਜਿਹੜੀ ਕੁਰੀਤੀਆਂ ਬਣਾਈਆਂ ਹੋਈਆਂ ਸਮਾਜਿਕ ਦੀਆਂ ਉਹਨੂੰ ਚੈਲੰਜ ਕੀਤਾ। ਨੈਕਸਟ ਹੈਗਾ ਵਾ ਤੁਹਾਨੂੰ ਸਭ ਨੂੰ ਪਤਾ ਹੀ ਆ ਵੀ ਗੁਰੂ ਨਾਨਕ ਦੇਵ ਜੀ ਗੈਟ ਟੂ ਦੇ ਇੰਟਰਸਟਡ ਟੂ ਦੀ ਵਰਲਡਲੀ ਅਫੇਅਰ। ਹਿਸ ਫਾਦਰ ਮਹਿਤਾ ਕਾਲੂ ਗਿਵ ਟੂ ਦੀ ਗੁਰੂ ਨਾਨਕ ਦੇਵ ਜੀ ਟੂ ਦੀ ਸਮ ਰੁਪੀਜ਼। ਵੀ ਜਿਹੜੇ ਉਹਨਾਂ ਦੇ ਪਿਤਾ ਜੀ ਸੀ ਉਹ ਚਾਹੁੰਦੇ ਸੀ ਵੀ ਉਹ ਸਮਾਜਿਕ ਦੁਨੀਆਦਾਰੀ ਦੇ ਵਿੱਚ ਗੁਰੂ ਨਾਨਕ ਦੇਵ ਜੀ ਦਾ ਮਨ ਲੱਗੇ, ਤਾਂ ਉਹਨਾਂ ਨੇ ਕੀ ਆ ਉਹਨਾਂ ਨੂੰ ਕੁਛ ਕੁ ਪੈਸੇ ਦਿੱਤੇ ਸੀਗੇ ਤਾਂ ਜੋ ਕੀ ਆ ਉਹ ਸੌਦਾ ਕਰਕੇ ਆਉਣ। ਬਟ ਜਦੋਂ ਉਹ ਪਹੁੰਚੇ ਨੀਅਰੈਸਟ ਟਾਊਨ ਆਫ ਟੂ ਦੀ ਚਨਕਾਣਾ ਦੇ ਵਿੱਚ ਟੂ ਡੂ ਦੇ ਬਿਜ਼ਨਸ ਕਰਨ ਦੇ ਲਈ ਉਹ ਚਨਕਾਣਾ ਦੇ ਵਿੱਚ ਪਹੁੰਚੇ, ਤਾਂ ਉਹਨਾਂ ਦੀ ਵੇ ਦੇ ਵਿੱਚ ਉਹਨਾਂ ਨੂੰ ਕੁਛ ਫਕੀਰ ਮਿਲੇ ਜਿਹੜੇ ਕਿ ਕੀ ਸੀਗੇ ਕਾਫੀ ਦਿਨਾਂ ਦੇ ਭੁੱਖੇ ਸੀ। ਤਾਂ ਗੁਰੂ ਨਾਨਕ ਦੇਵ ਜੀ ਨੇ ਸਾਰੀ ਮਨੀ ਉਹਨਾਂ ਨੂੰ ਫੀਡਿੰਗ ਯਾਨੀ ਕਿ ਉਹਨਾਂ ਨੂੰ ਖਵਾਉਣ ਦੇ ਉੱਤੇ ਸਾਰੇ ਦੇ ਦਿੱਤੇ ਅਤੇ ਉਹਨਾਂ ਨੂੰ ਲੰਗਰ ਛਕਾ ਦਿੱਤਾ। ਵੈਨ ਗੁਰੂ ਨਾਨਕ ਦੇਵ ਜੀ ਵਾਜ਼ ਰਿਟਰਨਿੰਗ ਐਂਡ ਟੂ ਨੈਰੇਟ ਟੂ ਦੀ ਇੰਸੀਡੈਂਸ ਟੂ ਹਿਸ ਫਾਦਰ ਹੀ ਵਾਜ਼ ਵੈਰੀ ਡਿਸਅਪੋਇੰਟਡ। ਦਿਸ ਇੰਸੀਡੈਂਸ ਵਾਜ਼ ਕਾਲਡ ਟੂ ਦੀ ਸੱਚਾ ਸੌਦਾ ਯਾਨੀ ਕਿ ਟਰੂ ਟ੍ਰਾਂਜੈਕਸ਼ਨ। ਵੀ ਜਿਹੜੇ ਗੁਰੂ ਨਾਨਕ ਦੇਵ ਜੀ ਨੇ ਸੀ ਅਤੇ ਉਹਨਾਂ ਵਾਪਸ ਆਏ ਅਤੇ ਉਹਨਾਂ ਨੇ ਆਪਣੇ ਪਿਤਾ ਜੀ ਨੂੰ ਸਾਰੀ ਕਹਾਣੀ ਦੱਸੀ, ਤਾਂ ਇਸ ਨਾਲ ਉਹਨਾਂ ਦੇ ਪਿਤਾ ਜੀ ਕਾਫੀ ਗੁੱਸਾ ਹੋਏ। ਪਰ ਇਸ ਇੰਸੀਡੈਂਸ ਨੂੰ ਅਸੀਂ ਸੱਚਾ ਸੌਦਾ ਦੇ ਨਾਮ ਨਾਲ ਜਾਣਦੇ ਹਾਂ ਯਾਨੀ ਕਿ ਟਰੂ ਟ੍ਰਾਂਜੈਕਸ਼ਨ। ਇੰਸੀਡੈਂਸ ਹੈਗਾ ਵਾ ਮੋਦੀ ਖਾਨਾ। ਵੀ ਜਿਹੜੇ ਗੁਰੂ ਨਾਨਕ ਦੇਵ ਜੀ ਸੀਗੇ ਉਹਨਾਂ ਦੇ ਪਿਤਾ ਜੀ ਨੇ ਉਹਨਾਂ ਨੂੰ ਸੁਲਤਾਨਪੁਰ ਲੋਧੀ ਭੇਜਿਆ। ਵੇਅਰ ਸੀਜ਼ ਸਨ ਇਨ ਲਾਅ ਆਫ ਟੂ ਦੀ ਸ਼੍ਰੀ ਜੈ ਰਾਮ ਜੀ ਵਾਜ਼ ਇੰਪਲਾਇਡ ਟੂ ਦੀ ਇੰਪੋਰਟੈਂਟ ਪੋਜੀਸ਼ਨਸ with the Daulat Khan Lodi. Guru Nanak Dev Ji got to the employed as to the stockkeeper of to the Modi Khana is a great store of to the Daulat Khan Lodi was always busy to the singing of to the praise of the God। ਕਹਿੰਦੇ ਗੁਰੂ ਨਾਨਕ ਦੇਵ ਜੀ ਦੇ ਪਿਤਾ ਜੀ ਨੇ ਉਹਨਾਂ ਨੂੰ ਸੁਲਤਾਨਪੁਰ ਲੋਧੀ ਭੇਜਿਆ ਜਿੱਥੇ ਉਹਨਾਂ ਦੇ ਜਵਾਈ ਸੀਗੇ ਸ਼੍ਰੀ ਜੈ ਰਾਮ ਜੀ। ਉਹ ਉੱਥੇ ਦੌਲਤ ਖਾਨ ਲੋਧੀ ਦੇ ਮੋਦੀ ਖਾਨੇ ਦੇ ਵਿੱਚ ਵਰਕ ਕਰਦੇ ਸੀ ਅਤੇ ਇੱਕ ਕਾਫੀ ਉੱਚੇ ਅਹੁਦੇ 'ਤੇ ਸੀਗੇ। ਦੌਲਤ ਖਾਨ ਲੋਧੀ ਨੇ ਉਹਨਾਂ ਦੀ ਸਿਫਾਰਿਸ਼ 'ਤੇ ਉਹਨਾਂ ਨੂੰ ਰੱਖ ਲਿਆ ਅਤੇ ਗੁਰੂ ਨਾਨਕ ਦੇਵ ਜੀ ਉੱਥੇ ਕੰਮ ਕਰਦੇ ਅਤੇ ਹਮੇਸ਼ਾ ਰੱਬ ਦਾ ਗੁਣਗਾਨ ਕਰਦੇ ਰਹਿੰਦੇ। ਹੀ ਸਟਾਰਟਡ ਟੂ ਦ ਡਿਸਟਰੀਬਿਊਸ਼ਨ ਗੇਨਸ ਫ੍ਰੀ ਆਫ ਕਾਸਟ ਟੂ ਦ ਨੀਡੀ of his on earning a complaint of to the losed against to the Guru Nanak Dev Ji and why there was inquiry into the matter the found the store was full after their incidents Guru Nanak Dev Ji was glorious spread far and wide। ਕਹਿੰਦੇ ਗੁਰੂ ਨਾਨਕ ਦੇਵ ਜੀ ਨੇ ਆਪਣੇ ਪੈਸਿਆਂ ਦੇ ਨਾਲ ਗਰੀਬ ਲੋਕਾਂ ਨੂੰ ਫ੍ਰੀ ਦੇ ਵਿੱਚੋਂ ਅਨਾਜ ਵੰਡਦੇ ਰਹਿੰਦੇ ਸੀਗੇ ਅਤੇ ਜਿੰਨੀ ਉਹਨਾਂ ਦੀ ਤਨਖਾਹ ਬਣਦੀ ਸੀ ਉਹਦੇ ਵਿੱਚੋਂ ਵੰਡਦੇ ਰਹਿੰਦੇ ਸੀ। ਅਤੇ ਇੱਕ ਵਾਰ ਕਿਸੇ ਬੰਦੇ ਨੇ ਉਹਨਾਂ ਦੀ ਕੰਪਲੇਂਟ ਕੀਤੀ ਵੀ ਉਹ ਕੀ ਆ ਵੱਧ ਅਨਾਜ ਤੋਲਦੇ ਨੇ, ਤਾਂ ਗੁਰੂ ਨਾਨਕ ਦੇਵ ਜੀ ਦੀ ਜਦੋਂ ਇਨਕੁਆਇਰੀ ਕੀਤੀ ਗਈ ਤਾਂ ਸਾਰੀਆਂ ਚੀਜ਼ਾਂ ਸਹੀ ਪਾਈਆਂ ਗਈਆਂ। ਤਾਂ ਇਸ ਤਰੀਕੇ ਨਾਲ ਜਿਹੜੇ ਗੁਰੂ ਨਾਨਕ ਦੇਵ ਜੀ ਸੀਗੇ ਉਹਨਾਂ ਦੀ ਜਿਹੜੀ ਅੱਗੇ ਤੱਕ ਜਾਣੀ ਕਿ ਲੋਕ ਉਹਨਾਂ ਨੂੰ ਕਾਫੀ ਜ਼ਿਆਦਾ ਫੇਮਸ ਹੋ ਗਏ ਸੀਗੇ ਅਤੇ ਉਹਨਾਂ ਨੂੰ ਜਾਣਨ ਲੱਗ ਗਏ ਸੀ। ਨੈਕਸਟ ਹੈਗਾ ਵਾ ਇਨਲੈਟਮੈਂਟਸ ਆਫ ਦੀ 1499 ਏਡਸ। ਵੀ ਹੁਣ ਤੁਸੀਂ ਦੱਸਣਾ 1499 ਈਸਵੀ ਦੇ ਵਿੱਚ ਜਿਹੜਾ ਸਟਾਰਟ ਹੋਇਆ। ਵਾਈਲ ਟੂ ਦੀ ਸਟੇਇੰਗ ਟੂ ਦੀ ਸੁਲਤਾਨਪੁਰ ਲੋਧੀ ਗੁਰੂ ਨਾਨਕ ਦੇਵ ਜੀ ਯੂਜ਼ ਟੂ ਦੀ ਬਾਥ ਫਰੋਮ ਟੂ ਦੀ ਰਿਵਰ ਆਫ ਬੇਈ। ਹੀ ਵਾਜ਼ ਆਲਸੋ ਟੂ ਦੀ ਇੰਪ੍ਰੈਸਡ ਬਾਈ ਟੂ ਦੀ Salwan surrounding of the one day he set to the bank of to the river and meditation and emerging of after 3 days was here he attending to the spiritual knowledge Gurudwara ਤਪ ਅਸਤਮ ਇਜ਼ ਸਿਟੁਏਟਡ ਹੇਅਰ। ਕਹਿੰਦੇ ਵੀ ਜਿਹੜਾ ਗੁਰੂ ਨਾਨਕ ਦੇਵ ਜੀ ਸੀ ਸੁਲਤਾਨਪੁਰ ਲੋਧੀ ਦੇ ਵਿੱਚ ਰਹਿ ਕੇ ਉਹ ਇੱਕ ਬੇਈ ਨਦੀ ਦੇ ਵਿੱਚ ਇਸ਼ਨਾਨ ਕਰਨ ਜਾਂਦੇ ਸੀ। ਉੱਥੇ ਦਾ ਜਿਹੜਾ ਏਰੀਆ ਇੱਕ ਸ਼ਾਂਤੀ ਸੀਗੀ ਉਹਨਾਂ ਨੂੰ ਕਾਫੀ ਪਸੰਦ ਸੀਗੀ, ਤਾਂ ਉਹ ਰਿਵਰ ਦੇ ਕੋਲ ਬੈਠ ਕੇ ਹਮੇਸ਼ਾ ਤਪੱਸਿਆ ਕਰਦੇ ਰਹਿੰਦੇ ਸੀ। ਇੱਕ ਦਿਨ ਉਹ 3 ਦਿਨ ਲਈ ਅਲੋਪ ਹੋ ਗਏ ਅਤੇ ਉਸ ਤੋਂ ਬਾਅਦ ਉਹਨਾਂ ਨੂੰ ਕੀ ਹੈ ਇੱਕ ਧਾਰਮਿਕ ਗਿਆਨ ਪ੍ਰਾਪਤ ਹੋਇਆ ਅਤੇ ਉੱਥੇ ਇੱਕ ਗੁਰਦੁਆਰਾ ਸਾਹਿਬ ਆ ਜਪ ਅਸਥਾਨ ਉੱਥੇ ਹੀ ਬਣਿਆ ਹੋਇਆ ਵਾ। ਨੈਕਸਟ ਹੈਗਾ ਉਦਾਸੀਆਂ ਜਿਹੜੀਆਂ ਉਹ ਟਰੈਵਲ ਕਰਨ ਲੱਗ ਗਏ ਸੀ ਗੁਰੂ ਨਾਨਕ ਦੇਵ ਜੀ ਇੱਕ ਜਗ੍ਹਾ ਦੂਜੀ ਜਗ੍ਹਾ ਤੱਕ। ਅਤੇ ਆਫਟਰ ਇਨਲਾਈਟਮੈਂਟ ਵੀ ਜਦੋਂ ਉਹਨਾਂ ਨੂੰ ਗਿਆਨ ਪ੍ਰਾਪਤ ਹੋ ਗਿਆ ਗੁਰੂ ਨਾਨਕ ਦੇਵ ਜੀ ਨੇ ਵਾਕਡ ਬੈਕ ਹੋਮ, ਉਹ ਫਿਰ ਵਾਪਸ ਘਰ ਆਏ। ਹੀ ਵਾਜ਼ ਯੂਜਲੀ ਮੈਟ ਹੀ ਬ੍ਰੋਕ ਟੂ ਦੀ ਹਿਜ਼ ਸਾਇਲੈਂਸ ਅਲਟਰਿੰਗ ਕੋਈ ਨਾ ਹਿੰਦੂ ਕੋਈ ਨਾ ਮੁਸਲਮਾਨ। ਅਤੇ ਫਿਰ ਉਹਨਾਂ ਨੇ ਆਪਣੀ ਇੱਕ ਚੁੱਪੀ ਤੋੜੀ ਅਤੇ ਉਹਨਾਂ ਨੇ ਕਿਹਾ ਨਾ ਕੋਈ ਹਿੰਦੂ ਨਾ ਕੋਈ ਮੁਸਲਮਾਨ। ਵੈਨ ਦੀ ਬ੍ਰਾਹਮਣਸ ਐਂਡ ਦੀ Qureens inquired about to the meaning of these words Guru Nanak Dev Ji replied there is no difference between to the Hindu and Muslim both of to the children of the same God। ਕਹਿੰਦੇ ਵੀ ਜਦੋਂ ਸਾਰਿਆਂ ਨੇ ਉਹਨਾਂ ਤੋਂ ਮਤਲਬ ਪੁੱਛਿਆ ਬ੍ਰਾਹਮਣ ਅਤੇ ਜਿਹੜੇ ਮੁਸਲਮਾਨਾਂ ਦੇ ਗੁਰੂ ਸੀਗੇ ਉਹਨਾਂ ਨੇ ਪੁੱਛਿਆ ਤਾਂ ਫਿਰ ਗੁਰੂ ਨਾਨਕ ਦੇਵ ਜੀ ਨੇ ਦੱਸਿਆ ਨਾ ਕੋਈ ਹਿੰਦੂ ਨਾ ਕੋਈ ਮੁਸਲਮਾਨ। ਇਹਦਾ ਮਤਲਬ ਕੀ ਆ ਵੀ ਕੋਈ ਵੀ ਬੰਦੇ ਇਹਨਾਂ ਦੋਹਾਂ ਦੇ ਵਿੱਚ ਕੋਈ ਵੀ ਅੰਤਰ ਨਹੀਂ ਹੈਗਾ, ਨਾ ਹਿੰਦੂਆਂ ਦੇ ਵਿੱਚ ਨਾ ਮੁਸਲਮਾਨਾਂ ਵਿੱਚ, ਦੋ ਹੀ ਜਿਹੜੇ ਕੀ ਨੇ ਇੱਕ ਹੀ ਰੱਬ ਦੇ ਬੱਚੇ ਨੇ। ਤਾਂ ਹੀ ਆਲਸੋ ਸੈਡ ਦੈਟ ਦੀ ਬੋਥ ਆਫ ਟੂ ਦੀ ਹਿੰਦੂ ਮੁਸਲਿਮਸ ਆਰ ਨਾਟ ਟੂ ਦੀ ਫੋਲੋਇੰਗ ਇਨ ਟੂ ਦੀ ਥਰੂ ਪਾਥ ਆਫ ਦੇਅਰ ਰਿਲੀਜਨ। ਕਹਿੰਦੇ ਉਹ ਪਰ ਇਹ ਫਿਰ ਵੀ ਦੋਹੀ ਜਿਹੜੇ ਕੀ ਨੇ ਅੱਜ ਕੱਲ੍ਹ ਰੱਬ ਦੇ ਦਿਖਾਏ ਹੋਏ ਸੱਚੇ ਪਾਥ ਦੇ ਉੱਤੇ ਉਹ ਨਹੀਂ ਚੱਲ ਰਹੇ। ਆਫਟਰ ਦੀ ਇੰਸੀਡੈਂਟਸ ਗੁਰੂ ਨਾਨਕ ਦੇਵ ਜੀ ਲੈਫਟ ਹਿਸ ਜੋਬ ਆਫ ਟੂ ਦੀ ਮੋਦੀ ਖਾਨਾ ਐਂਡ ਸਪੈਂਡ ਦੀ ਰੈਸਟ ਆਫ ਹਿਜ਼ ਲਾਈਫ ਸਪਰੈਡਿੰਗ ਦੀ ਹਿਜ਼ ਮੈਸੇਜ ਅਮੰਗ ਟੂ ਦੀ ਪੀਪਲ। ਕਹਿੰਦੇ ਫਿਰ ਉਹਨਾਂ ਨੇ ਆਪਣੀ ਜਿਹੜੀ ਜੋਬ ਸੀਗੀ ਮੋਦੀ ਖਾਨੇ ਵਿੱਚੋਂ ਛੱਡ ਕੇ ਹੁਣ ਉਹ ਆਪਣੀ ਪੂਰੀ ਜ਼ਿੰਦਗੀ ਜਿਹੜੀ ਬਚੀ ਸੀਗੀ ਉਹਨਾਂ ਨੇ ਇਹੀ ਮੈਸੇਜ ਲਾਉਣ ਦੇ ਲਈ ਦੁਨੀਆ ਲਈ ਉਹ ਚੱਲ ਪਏ।
ਨੈਕਸਟ ਹੈਗਾ ਫਸਟ ਉਦਾਸੀ ਜਿਹੜੀ ਸੀ 1499 ਟੂ 1510 ਤੱਕ ਉਹਨਾਂ ਨੇ ਪਹਿਲੀ ਉਦਾਸੀ ਕੀਤੀ। ਜਿਹੜੀ ਉਦਾਸੀ ਇਹ ਟਰੈਵਲ ਕੀਤੀ 1499 ਤੋਂ ਸਟਾਰਟ ਕੀਤੀ। ਉਹਨਾਂ ਨੇ ਈਸਟਰਨ ਪਾਰਟ ਚੁਣਿਆ, ਯਾਨੀ ਕਿ ਪੱਛਮੀ ਭਾਰਤ ਏਰੀਆ ਚੁਣਿਆ ਫਸਟ ਉਦਾਸੀ ਦੇ ਲਈ, ਅਤੇ ਉਹਨਾਂ ਨੇ ਇਹ ਭਾਈ ਮਰਦਾਨਾ ਜੀ ਨਾਲ ਕੰਪਲੀਟ ਕੀਤਾ। ਗੁਰੂ ਨਾਨਕ ਦੇਵ ਜੀ ਪਹਿਲਾਂ ਸੱਯਦਪੁਰ, ਲਾਹੌਰ, ਸਿਆਲਕੋਟ, ਤਲਵਾਨਾ, ਕੁਰੂਕਸ਼ੇਤਰ, ਪਾਣੀਪਤ, ਦਿੱਲੀ, ਹਰਿਦੁਆਰ, ਗੋਰਖਮਥਾ ਜਿਹੜਾ ਕਿ ਪ੍ਰੈਜ਼ੈਂਟ ਅਸੀਂ ਉਹਨਾਂ ਨੂੰ ਨਾਨਕ ਮੱਥਾ ਕਹਿੰਦੇ ਹਾਂ, ਬਨਾਰਸ, ਗਿਆ, ਪਟਨਾ, ਕਮਰੂਪ, ਅਸਾਮ, ਜਗਨਨਾਥਪੁਰੀ, ਢਾਕਾ, ਭੋਪਾਲ, ਮਥੁਰਾ, ਇਹਨਾਂ ਏਰੀਆ ਦੇ ਵਿੱਚ ਉਹ ਘੁੰਮੇ। ਤਾਂ ਹੁਣ ਇੱਥੇ ਸਿਗਨੀਫਿਕੈਂਸ ਕੁਛ ਕੁ ਈਵੈਂਟ ਹੋਏ ਪਹਿਲੀ ਉਦਾਸੀ ਟਾਈਮ। ਪਹਿਲਾ ਹੈਗਾ ਸੱਯਦਪੁਰ emerging here. Guru Nanak Dev Ji also to stay off to the Bhai Lalo and the poor carpenter, and Malik Bhago was to the chief of the town invited to the Guru Nanak Dev Ji for the fest to stay for his palace. So Guru Nanak Dev Ji refuses an invitation and said he could not to be eat the food because your bread is। ਅਤੇ ਪਹਿਲਾ ਜਿਹੜਾ ਇੰਸੀਡੈਂਸ ਆ ਉਹ ਸੱਯਦਪੁਰ ਦੇ ਵਿੱਚ ਹੈ, ਜਿੱਥੇ ਗੁਰੂ ਨਾਨਕ ਦੇਵ ਜੀ ਭਾਈ ਲਾਲੋ ਦੇ ਘਰ ਰੁਕੇ, ਜਿਹੜਾ ਕਿ ਇੱਕ ਪੂਅਰ ਤਰਖਾਣ ਸੀਗਾ, ਅਤੇ ਜਿਹੜੇ ਮਲਿਕ ਭਾਗੋ ਸੀਗਾ ਉੱਥੇ ਦਾ ਇੱਕ ਚੀਫ ਸੀਗਾ। ਪਰ ਗੁਰੂ ਨਾਨਕ ਦੇਵ ਜੀ ਨੂੰ ਉਹਨਾਂ ਨੇ ਆਪਣੇ ਖਾਣੇ 'ਤੇ ਬੁਲਾਇਆ, ਪਰ ਗੁਰੂ ਨਾਨਕ ਦੇਵ ਜੀ ਨੇ ਉਹਨਾਂ ਇਨਵੀਟੇਸ਼ਨ ਠੁਕਰਾ ਦਿੱਤਾ। ਉਹਨਾਂ ਨੇ ਕਿਹਾ ਵੀ ਤੁਹਾਡੇ ਜਿਹੜੇ ਬ੍ਰੈਡ ਨੇ ਇਹਨਾਂ ਵਿੱਚ ਕੀ ਆ, ਲੋਕਾਂ ਦਾ ਲਹੂ ਹੈਗਾ ਵਾ, ਅਤੇ ਜਿਹੜਾ ਮਲਿਕ ਭਾਗੋ ਦੀ ਖੀਰ ਆ ਜਾਂ ਉਹਦੀ ਰੋਟੀ ਆ ਉਹਦੇ ਵਿੱਚ ਕੀ ਆ, ਦੁੱਧ ਨਿਕਲਿਆ। ਕਿਉਂਕਿ ਉਹਨਾਂ ਨੇ ਕੀ ਆਪਣੀ ਹੱਕ ਹਲਾਲ ਦੀ ਮਿਹਨਤ ਨਾਲ ਇਹ ਚੀਜ਼ਾਂ ਕੀਤੀਆਂ ਸੀ। ਅਤੇ ਦੂਜਾ ਇੰਸੀਡੈਂਸ ਹੋਇਆ ਗੁਰੂ ਨਾਨਕ ਦੇਵ ਜੀ ਐਟ ਹਰਿਦੁਆਰ, ਜਦੋਂ ਹਰਿਦੁਆਰ ਜੀ ਵਿੱਚ ਸੀਗੇ ਗੁਰੂ ਨਾਨਕ ਦੇਵ ਜੀ ਵਾਜ਼ ਰੀਚ ਟੂ ਦੀ ਹਰਿਦੁਆਰ ਵਿੱਚ ਪਹੁੰਚੇ, ਤਾਂ ਉੱਥੇ ਪੈਲੇਗ੍ਰਾਮੇਜ ਜਿਹੜੇ ਸੀਗੇ ਉਹ ਫਾਲਸ ਰਿਚੁਅਲਸ ਇਨਟੂ ਦੀ ਇਗਨੋਰੈਂਸ, ਵੀ ਉਹਨਾਂ ਨੇ ਜਿਹੜੇ ਲੋਕਾਂ ਨੇ ਜਿਹੜੇ ਝੂਠੇ ਦਾਅਵੇ ਜੇ ਸੀਗੇ ਉਹਨਾਂ ਨੂੰ ਇਗਨੋਰ ਕੀਤਾ। ਉਹਨਾਂ ਨੇ ਦੱਸਿਆ ਉਹਨਾਂ ਨੂੰ ਤੀਰਥ ਯਾਤਰੀਆਂ ਨੂੰ ਵੀ ਸਾਰੇ ਜਣੇ ਕੀ ਸੀਗੇ, ਸਾਨੂੰ ਜਿਹੜਾ ਵਾ ਪੂਰਬ ਵੱਲ ਉਹ ਪਾਣੀ ਦਿੰਦੇ ਸੀ, ਪਰ ਗੁਰੂ ਨਾਨਕ ਦੇਵ ਜੀ ਨੇ ਉਹਨਾਂ ਨੂੰ ਕਿਹਾ ਵੀ ਇਹ ਚੀਜ਼ਾਂ ਨਹੀਂ ਹੁੰਦੀਆਂ ਹੈਗੀਆਂ। ਤਾਂ ਉਹਨਾਂ ਨੇ ਉਹ ਜਿਹੜਾ ਸੰਨ ਸੀਗਾ ਉਹ ਇਸ ਦੇ ਵਿੱਚ ਉਹਨਾਂ ਨੇ ਸਾਰੇ ਕਰਦੇ ਸੀ, ਅਤੇ ਗੁਰੂ ਨਾਨਕ ਦੇਵ ਜੀ ਨੇ ਉਹਨਾਂ ਨੂੰ ਪਾਣੀ ਦੇਣਾ ਪੱਛਮ ਦੇ ਵੱਲ ਸ਼ੁਰੂ ਕਰ ਦਿੱਤਾ, ਅਤੇ ਲੋਕ ਸਾਰੇ ਉਹਨਾਂ ਉੱਤੇ ਹੱਸਣ ਲੱਗ ਗਏ। ਅਤੇ ਗੁਰੂ ਨਾਨਕ ਦੇਵ ਜੀ ਨੇ ਉਹਨਾਂ ਨੂੰ ਰਿਪਲਾਈ ਕੀਤਾ ਵੀ ਮੈਂ ਕੀ ਆ ਇਹ ਪਾਣੀ ਆਪਣੇ ਖੇਤਾਂ ਨੂੰ ਦੇ ਰਿਹਾ ਵਾਂ, ਕਿਉਂਕਿ ਜਿਹੜੇ ਪੀਪਲ ਸੀ ਹਾਊ ਕੈਨ ਯੂਅਰ ਵਾਟਰ ਰੀਚ ਟੂ ਦੀ ਸੱਚ ਆਫ ਡਿਸਟੈਂਸ। ਤਾਂ ਪੀਪਲ ਨੇ ਸਾਰਿਆਂ ਨੇ ਪੁੱਛਿਆ ਵੀ ਕਿਸ ਤਰੀਕੇ ਨਾਲ ਵੀ ਤੁਸੀਂ ਤਾਂ ਇੰਨੀ ਦੂਰ ਹੋ ਵੀ ਤੁਹਾਡਾ ਪਾਣੀ ਕਿਵੇਂ ਉੱਥੇ ਖੇਤਾਂ ਵਿੱਚ ਪਹੁੰਚ ਗਿਆ। ਗੁਰੂ ਨਾਨਕ ਦੇਵ ਜੀ ਨੇ ਕਿਹਾ ਇਫ ਦੀ ਵਾਟਰ ਕੈਨ ਨਾਟ ਰੀਚ ਮਾਈ ਫੀਲਡ ਸੋ which are only a few hundred miles away from here, so how can your water can be reached to the ancestors who has been even this who are is not even on this earth। the crowd was greatly impressed। ਜੇ ਗੁਰੂ ਨਾਨਕ ਦੇਵ ਜੀ ਨੇ ਉਹਨਾਂ ਨੇ ਕਿਹਾ ਵੀ ਭਾਈ ਤੁਹਾਡਾ ਕਿਸ ਤਰੀਕੇ ਨਾਲ ਵੀ ਤੁਹਾਡਾ ਪਾਣੀ ਜਿਹੜਾ ਉਹ ਤੁਹਾਡੇ ਖੇਤਾਂ ਵਿੱਚ ਪਹੁੰਚ ਜਾਏਗਾ। ਗੁਰੂ ਨਾਨਕ ਦੇਵ ਜੀ ਨੇ ਕਿਹਾ ਵੀ ਜੇਕਰ ਮੇਰਾ ਹਜ਼ਾਰਾਂ ਮੀਲ ਦੂਰ ਮੇਰੇ ਜਿਹੜਾ ਖੇਤਾਂ ਨੂੰ ਪਾਣੀ ਨਹੀਂ ਪਹੁੰਚ ਰਿਹਾ ਤਾਂ ਤੁਹਾਡਾ ਕਿਵੇਂ ਪਹੁੰਚੇਗਾ ਸੂਰਜ ਤੱਕ, ਜਿਹੜਾ ਕਿ ਇਹ ਧਰਤੀ ਦੇ ਉੱਤੇ ਹੈ ਹੀ ਨਹੀਂ। ਤਾਂ ਸਾਰੇ ਲੋਕ ਇਹ ਗੱਲ ਦੇਖ ਕੇ ਹੈਰਾਨ ਰਹਿ ਗਏ, ਅਤੇ ਗੁਰੂ ਨਾਨਕ ਦੇਵ ਜੀ ਨੂੰ ਉਹਨਾਂ ਨੇ ਆਪਣਾ ਗੁਰੂ ਧਾਰਨਾ ਸ਼ੁਰੂ ਕੀਤਾ। ਨੈਕਸਟ ਹੈਗਾ ਵਾ ਤਲੰਬਾ ਦੇ ਵਿੱਚ ਕੀ ਹੋਇਆ ਸੀਗਾ, ਉੱਥੇ ਇੱਕ ਠੱਗ ਸੀਗਾ ਸੱਜਣ ਜਿਹੜਾ ਕਿ ਲੀਵ ਕਰਦਾ ਸੀਗਾ ਤਲੰਬਾ ਦੇ ਵਿੱਚ। ਉਹਨਾਂ ਨੇ ਜਿਹੜੇ ਲੋਕ ਸੀਗੇ ਉਹਨਾਂ ਨੂੰ ਬੁਲਾਉਂਦਾ ਹੁੰਦਾ ਸੀ ਆਪਣੀ ਹਵੇਲੀ ਦੇ ਵਿੱਚ, ਅਤੇ ਉਹਨਾਂ ਨੂੰ ਰਾਤ ਨੂੰ ਉਹਨਾਂ ਨੂੰ ਸਵਾ ਕੇ ਅਤੇ ਉਹਨਾਂ ਨੂੰ ਮਾਰ ਦਿੰਦਾ ਸੀ, ਅਤੇ ਜਿਹੜਾ ਸਮਾਨ ਹੁੰਦਾ ਸੀ ਉਹ ਆਪਣੇ ਕੋਲ ਰੱਖ ਲੈਂਦਾ ਸੀ। ਗੁਰੂ ਨਾਨਕ ਦੇਵ ਜੀ ਵੀ ਉੱਥੋਂ ਦੀ ਨਿਕਲੇ, ਤਾਂ ਉਹਨਾਂ ਨੇ ਸਟੇ ਕਰਨ ਦੇ ਲਈ ਆਪਣੀ ਉਦਾਸੀ ਦੇ ਡਿਊਰਿੰਗ ਉੱਥੋਂ ਦੀ ਨਿਕਲੇ, ਤਾਂ ਗੁਰੂ ਨਾਨਕ ਦੇਵ ਜੀ ਨੇ ਪ੍ਰੇਚਿੰਗਸ ਆਫ ਟਰਾਂਸਫਾਰਮ ਟੂ ਦੀਆਂ ਸੱਜਣ, ਉਹਨਾਂ ਨੇ ਸੋਚਿਆ ਵੀ ਮੈਂ ਸੱਜਣ ਨੂੰ ਬਦਲਣਾ ਵਾ, ਤਾਂ ਉਹਨਾਂ ਨੇ ਰਿਅਲਾਈਜ਼ ਕਰਵਾਈ ਉਹਨਾਂ ਦੀ ਮਿਸਟੇਕ, ਅਤੇ ਉਹ ਫਿਰ ਬਾਅਦ ਵਿੱਚ ਗੁਰੂ ਨਾਨਕ ਦੇਵ ਜੀ ਦੇ ਦੱਸੀਆਂ ਹੋਈਆਂ ਸਿੱਖਿਆਵਾਂ ਉੱਤੇ ਚੱਲਣ ਲੱਗ ਗਿਆ, ਅਤੇ ਉਹ ਆਪਣੇ ਧਰਮ ਦੇ ਵਿੱਚ ਸੱਚਾ ਹੋ ਗਿਆ। ਤਾਂ ਇਸ ਤਰੀਕੇ ਨਾਲ ਉਹਨਾਂ ਨੇ ਆਪਣੀ ਹਵੇਲੀ ਨੂੰ ਧਰਮਸ਼ਾਲਾ ਦੇ ਵਿੱਚ ਕ੍ਰੀਏਟ ਕਰ ਦਿੱਤਾ। ਫਿਰ ਅੱਗੇ ਹੈਗਾ ਜਗਨਨਾਥਪੁਰੀ, ਇੱਥੇ ਜਿਹੜੇ ਫੇਮਸ ਹਿੰਦੂਆਂ ਦਾ ਟੈਂਪਲ ਹੈ ਜਗਨਨਾਥਪੁਰੀ, ਅਤੇ ਗੁਰੂ ਨਾਨਕ ਦੇਵ ਜੀ ਉੱਥੇ ਪਹੁੰਚੇ ਅਤੇ ਉਹਨਾਂ ਨੇ ਦੇਖਿਆ ਕਿ ਲੋਕ ਕੀ ਆ ਆਰਤੀ ਕਰਦੇ ਆ, ਜਿਹੜੇ ਕਿ ਇੱਕ ਆਈਡੀਅਲ ਮੰਨਦੇ ਆ ਗੁਰੂ ਲਾਰਡ ਵਿਸ਼ਨੂੰ ਜੀ ਨੂੰ। ਉਹਨਾਂ ਨੇ ਐਕਸਪ੍ਰੈਸ ਕੀਤਾ ਵੀ ਜਿਹੜੇ ਗੋਡ ਇਜ਼ ਨਿਰੰਕਾਰ, ਵੀ ਜਿਹੜਾ ਗੋਡ ਆ ਉਹ ਕੀ ਆ ਫੇਮਲੈਸ ਆ, ਵੀ ਉਹਨਾਂ ਦੀ ਕੋਈ ਵੀ ਆਕਾਰ ਜਾਂ ਕਿਰਤੀ ਨਹੀਂ ਹੈਗੀ। ਐਂਡ ਵੰਡਰਫੁਲ ਆਰਤੀ ਇਜ਼ ਬੀਂਗ ਸੰਗ ਬਾਈ ਦੀ ਹੋਲ ਯੂਨੀਵਰਸ ਇਨਕਲੂਡਿੰਗ ਦੀ ਸਕਾਈ, sun, moon, air, vegetation and flowers, so before to the invisible alteration of to the god। ਕਹਿੰਦੇ ਉਹਨਾਂ ਨੇ ਦੱਸਿਆ ਵੀ ਜਿਹੜੀ ਆਰਤੀ ਆ ਉਹ ਕੀ ਆ ਸਾਰੇ ਦੁਆਰਾ ਹੋ ਰਹੀ ਆ, ਹਵਾ ਦੇ ਵਿੱਚ ਹੋ ਰਹੀ ਆ, ਸਕਾਈ ਦੇ ਦੁਆਰਾ ਹੋ ਰਹੀ ਆ, ਆਕਾਸ਼ ਦੇ ਵਿੱਚ ਹੋ ਰਹੀ ਆ, ਸੂਰਜ ਦੁਆਰਾ ਹੋ ਰਹੀ ਆ, ਚੰਦ ਦੁਆਰਾ ਹੋ ਰਹੀ ਆ। ਤਾਂ ਇਹ ਸਾਰੇ ਜਿਹੜੇ ਆ ਉਹ ਹਮੇਸ਼ਾ ਰੱਬ ਦੀ ਭਗਤੀ ਦੇ ਵਿੱਚ ਹੀ ਲੀਨ ਰਹਿੰਦੇ ਆ, ਕਿਉਂਕਿ ਰੱਬ ਕੀ ਆ ਇਹਨਾਂ ਤੋਂ ਪਹਿਲਾਂ ਵੀ ਅਲੋਪ ਹੋ ਚੁੱਕਿਆ ਸੀ। ਸੈਕਿੰਡ ਉਦਾਸੀ ਜਿਹੜੀ ਸਟਾਰਟ ਹੋਈ ਉਹ 1510 ਈਸਵੀ ਦੇ ਵਿੱਚ ਸਟਾਰਟ ਹੋਈ ਅਤੇ 1515 ਤੱਕ ਚੱਲੀ। ਇਸ ਸਮੇਂ ਜਿਹੜਾ ਸੀਗਾ ਉਹਨਾਂ ਨੇ ਤਲਵੰਡੀ ਦੇ ਵਿੱਚ ਹੀ ਆਪਣਾ ਜ਼ਿਆਦਾ ਟਾਈਮ ਬਚਾਇਆ। ਗੁਰੂ ਨਾਨਕ ਦੇਵ ਜੀ ਨੇ ਸੈਕਿੰਡ ਉਦਾਸੀ ਜਿਹੜੀ ਜਰਨੀ ਸਟਾਰਟ ਕੀਤੀ ਉਹ ਦੱਖਣੀ ਭਾਰਤ ਦੇ ਵਿੱਚ 1510 ਤੋਂ ਸਟਾਰਟ ਕੀਤੀ, ਅਤੇ ਉਹਨਾਂ ਨਾਲ ਭਾਈ ਮਰਦਾਨਾ ਜੀ ਅਤੇ ਦੋ ਬ੍ਰਦਰ ਜਿਹੜੇ ਸੀਗੇ ਸਲਾਉਦੀਨ ਅਤੇ ਗੋਹੋ ਉਹਨਾਂ ਨਾਲ ਗਏ। ਅਤੇ ਇਸ ਉਦਾਸੀ ਦੇ ਵਿੱਚ ਗੁਰੂ ਨਾਨਕ ਦੇਵ ਜੀ ਕਈ ਸੰਤਾਂ ਨੂੰ ਮਿਲੇ, ਜਿਵੇਂ ਮਾਲਵਾ ਰੀਜਨ ਦੇ ਵਿੱਚ, ਅਤੇ ਉਹਨਾਂ ਨੇ
ਹੀ ਵੈਂਟ ਟੂ ਦੀ ਪੁਸ਼ਕਰ। ਫਿਰ ਉਹ ਪੁਸ਼ਕਰ ਦੇ ਵਿੱਚ ਗਏ ਜਿੱਥੇ ਹਿੰਦੂਆਂ ਦਾ ਸਭ ਤੋਂ ਵੱਡਾ ਤੀਰਥ ਸਥਾਨ ਮੰਨਿਆ ਜਾਂਦਾ ਵਾ, ਅਤੇ ਉਹਨਾਂ ਨੇ ਉੱਥੇ ਜਾ ਕੇ ਵੀ ਜੈਨ ਮੌਂਕਸ ਜਿਹੜੇ ਸੀਗੇ, ਜਿਹੜੇ ਕਿ ਮਾਊਂਟ ਆਬੂ ਦੇ ਵਿੱਚ ਰਹਿ ਰਹੇ ਸੀਗੇ, ਜਿਹੜੇ ਕਿ ਜੈਨ ਧਰਮੀਆਂ ਦੇ ਆਗੂ ਹੁੰਦੇ ਆ, ਉਹਨਾਂ ਨਾਲ ਵੀ ਉਹ ਮਿਲੇ। ਆਫਟਰ ਟੂਰਿੰਗ ਟੂ ਦੀਆਂ ਰਾਜਸਥਾਨ, ਗੁਰੂ ਨਾਨਕ ਦੇਵ ਜੀ ਵਿਜ਼ਿਟ ਟੂ ਦੀਆਂ ਉਜੈਨ, ਹੈਦਰਾਬਾਦ, ਨਾਨਕੜ, ਗੁੰਟੂਰ, ਵਿਦੂਰ, ਗੋਰਕੁੰਡਾ, ਮਦਰਾਸ, ਤ੍ਰਿਵੰਚਰਮਪੁਰੀ ਅਤੇ ਪਟਨਾ, ਕਾਂਚੀਪੁਰਮ ਅਤੇ ਹੋਰ ਰਿਲੀਜੀਅਸ ਪਲੇਸਾਂ ਜਿਵੇਂ ਰਾਮੇਸ਼ਵਰਮ ਤੱਕ ਦੇ ਨਾਰਥ ਇੰਡੀਆ ਦੇ ਵਿੱਚ ਗਏ। ਫਿਰ ਉਹ ਤੋਂ ਬਾਅਦ ਸੀਗਾ ਉਹ ਸ਼੍ਰੀਲੰਕਾ ਦੇ ਵਿੱਚ ਗਏ। ਸ਼੍ਰੀ ਗੁਰੂ ਨਾਨਕ ਦੇਵ ਜੀ ਸ਼੍ਰੀਲੰਕਾ ਦੇ ਵਿੱਚ ਗਏ ਪਾਣੀ ਦੇ ਰਸਤੇ ਨਾਲ, ਅਤੇ ਸ਼੍ਰੀਲੰਕਾ ਦੇ ਵਿੱਚ ਉਹਨਾਂ ਨੇ ਸ਼ਿਵਨਵੀ ਨਾਮ ਦਾ ਇੱਕ ਗ੍ਰੇਟ ਜਿਹੜਾ ਨੂੰ ਲੋਕ ਸੀਗੇ ਉਹਨਾਂ ਨੂੰ ਇੰਪ੍ਰੈਸ ਕੀਤਾ ਗੁਰੂ ਨਾਨਕ ਦੇਵ ਜੀ ਨੇ। ਹੀ ਐਂਡ ਮੈਨੀ ਅਦਰਸ ਪੀਪਲਸ ਆਫ ਦੀ ਸ਼੍ਰੀਲੰਕਾ ਡਿਸਾਈਡ ਟੂ ਦੇ ਗੁਰੂ ਨਾਨਕ ਜੀ ਫੋਲੋਅਰ, ਤਾਂ ਉਹ ਅਤੇ ਉਹਨਾਂ ਦੇ ਨਾਲ ਹੋਰ ਵੀ ਜਿਹੜੇ ਸ਼੍ਰੀਲੰਕਾ ਦੇ ਲੋਕ ਸੀ ਉਹ ਗੁਰੂ ਨਾਨਕ ਦੇਵ ਜੀ ਨੂੰ ਮੰਨਣ ਲੱਗ ਗਏ। ਆਫਟਰ ਟਰੈਵਲਿੰਗ ਸ਼੍ਰੀਲੰਕਾ, ਗੁਰੂ ਨਾਨਕ ਦੇਵ ਜੀ ਵਿਜ਼ਿਟ ਟੂ ਦੀਆਂ ਰਾਮੇਸ਼ਵਰਮ, ਤ੍ਰਿਵੰਦਰਮ, ਕੋਟੀਪੁਰਮ, ਸ਼੍ਰੀਰੰਗਾਪਟਨਮ, ਸੋਮਨਾਥ, ਦਵਾਰਕਾ, ਕੱਛ, ਮੰਦਵਿਰੀ, ਮਹਾਬਲਮਪੁਰਮ, ਮੁਲਤਾਨ ਐਕਸੈਟਰਾ, ਅਤੇ ਉਹ ਰੀਚ ਕਰ ਗਏ ਆਪਣੇ ਵਿਲੇਜ ਤਲਵੰਡੀ ਦੇ ਵਿੱਚ 1515, ਅਤੇ ਉਹਨਾਂ ਨੇ ਲੈਫਟ ਜਿਹੜਾ ਸੀ ਉਹ ਸੁਲਤਾਨਪੁਰ ਲਈ ਨਿਕਲ ਗਏ। ਤੀਜੀ ਉਦਾਸੀ ਜਿਹੜੀ ਸੀਗੀ ਉਹ 1515 ਯਾਨੀ ਕਿ 1515 ਅਤੇ 1517 ਯਾਨੀ ਕਿ 2 ਸਾਲਾਂ ਦੇ ਵਿੱਚ ਕੀਤੀ। ਆਫਟਰ ਸਪੈਂਡਿੰਗ ਸਮ ਆਫ ਦੀ ਟਾਈਮ ਆਫ ਟੂ ਦੀਆਂ ਸੁਲਤਾਨਪੁਰ ਲੋਧੀ ਵਿਦ ਹਿਜ਼ ਫੈਮਿਲੀ, ਗੁਰੂ ਨਾਨਕ ਦੇਵ ਜੀ ਵਾਜ਼ ਟਰੈਵਲ ਟੂ ਦੀਆਂ ਨਾਰਥ ਇੰਡੀਆ ਆਫ ਟੂ ਦੀਆਂ ਕੰਪਨੀ ਆਫ ਟੂ ਦੀਆਂ ਹੁਸਨ, ਲੁਹੇਰ, ਬਲੈਕ ਸਮਿਥ, ਲੋਹਾਰ, ਅਤੇ ਭਾਈ ਮਰਦਾਨਾ ਜੀ, ਸਿਵਾ ਚੰਬਾ ਦੀਆਂ ਦਾ ਡਾਇਰ ਆਫ ਟੂ ਦੀਆਂ ਥਰਡ ਟਰੈਵਲਰ। ਵੀ ਜਿਹੜੇ ਗੁਰੂ ਨਾਨਕ ਦੇਵ ਜੀ ਸੀਗੇ ਫਿਰ ਉਹਨਾਂ ਨੇ ਆਪਣੀ ਤੀਜੀ ਉਦਾਸੀ ਸ਼ੁਰੂ ਕੀਤੀ ਸੁਲਤਾਨਪੁਰ ਦੇ ਨਾਲ ਆਪਣੀ ਫੈਮਿਲੀ ਨੂੰ ਮੀਟ ਕਰਨ ਤੋਂ ਬਾਅਦ। ਉਹਨਾਂ ਨੇ ਨਾਰਥ ਇੰਡੀਆ ਦੇ ਵਿੱਚ ਗਏ ਅਤੇ ਉਹਨਾਂ ਨਾਲ ਇੱਕ ਲੋਹਾਰ ਸੀਗਾ ਭਾਈ ਮਰਦਾਨਾ ਜੀ ਸੀਗੇ, ਅਤੇ ਇੱਕ ਸ਼ਾਹ ਚੰਬਾ ਜੀ ਉਹਨਾਂ ਨਾਲ ਟਰੈਵਲ ਕਰ ਰਹੇ ਸੀਗੇ, ਆਹ ਦੱਸਿਆ ਹੋਇਆ ਵਾ। ਨੈਕਸਟ ਹੈਗਾ ਵੀ 4th ਜਿਹੜੀ ਉਦਾਸੀ ਸੀ ਉਹ 1517 ਤੋਂ ਲੈ ਕੇ 1521 ਤੱਕ ਭਾਈ ਮਰਦਾਨਾ ਜੀ ਗੁਰੂ ਨਾਨਕ ਦੇਵ ਜੀ ਨਾਲ ਰਹੇ, ਅਤੇ ਉਹ ਹੁਣ ਵੈਸਟ ਏਸ਼ੀਆ ਦੇ ਵਿੱਚ ਗਏ ਯਾਨੀ ਕਿ ਪੱਛਮੀ ਏਸ਼ੀਆ ਦੇ ਵਿੱਚ ਗਏ, ਅਤੇ ਉੱਥੇ ਉਹ ਬਲਿਊ ਰੂਬਸ ਦੇ ਮੁਸਲਿਮ ਹਾਜੀ ਡਿਊਰਿੰਗ ਟੂ ਦੀ ਵਿਜ਼ਿਟ, ਤਾਂ ਉਹਨਾਂ ਨੇ ਵਿਜ਼ਿਟ ਦੇ ਵਿੱਚ ਜਿਹੜੇ ਬਲਿਊ ਰੂਬੀ ਦੇ ਨਾਮ ਦੇ ਮੁਸਲਿਮ ਹਾਜੀ ਸੀਗੇ ਉਹਨਾਂ ਦੇ ਕੋਲ ਪਹੁੰਚੇ, ਅਤੇ ਹੀ ਵਿਜ਼ਿਟਡ ਪਲੇਸ ਆਫ ਟੂ ਦੀਆਂ ਮੁਲਤਾਨ, ਉੱਛ, ਹਿੰਦਰਛ, ਮੱਕਾ, ਮਦੀਨਾ, ਬਗਦਾਦ, ਕਲਦਾਂਗਰ, ਕਾਬੁਲ, ਜਲਾਲਾਬਾਦ, ਮੁਲਤਾਨਪੁਰ, ਪੇਸ਼ਾਵਰ ਅਤੇ ਸੈਯਦਪੁਰ ਤੱਕ ਉਹਨਾਂ ਨੇ ਕੀ ਆ ਟਰੈਵਲਿੰਗ ਕੀਤੀ। ਚੌਥੀ ਉਹਨਾਂ ਦੀ ਉਦਾਸੀ ਸੀਗੀ। ਨੈਕਸਟ ਹੈਗਾ ਗੋਡ ਇਜ਼ ਔਨਯੂ ਪ੍ਰੈਜ਼ੈਂਟਸ, ਗੁਰੂ ਨਾਨਕ ਦੇਵ ਜੀ ਜਿਹੜਾ ਵਿਜ਼ਿਟ ਕਰੇ ਹੌਲੀ ਪਲੇਸ ਦੇ ਉੱਤੇ, ਮੱਕਾ ਦੇ ਉੱਤੇ, ਜਿਹੜਾ ਕਿ ਮੁਸਲਮਾਨਾਂ ਦਾ ਸਭ ਤੋਂ ਵਧੀਆ ਅਤੇ ਧਾਰਮਿਕ ਸਥਾਨ ਮੰਨਿਆ ਜਾਂਦਾ ਵਾ। ਗੁਰੂ ਨਾਨਕ ਦੇਵ ਜੀ ਉੱਥੇ ਪਹੁੰਚਣ ਤੋਂ ਪਹਿਲਾਂ ਬਿਫੋਰ ਟੂ ਸਲੀਪ ਵਿਦਿਨ ਟੂ ਦੀਆਂ ਫੀਟ ਟੂਵਰਡਸ ਆਫ ਟੂ ਦੀਆਂ ਕੱਬਾ, ਵੀ ਕੱਬਾ ਦੇ ਵਿੱਚ ਸਾਈਡ ਉਹਨਾਂ ਨੇ ਆਪਣੇ ਜਿਹੜੀਆਂ ਲੱਤਾਂ ਕਰਕੇ ਉਹ ਸੌਂ ਗਏ। ਦੀਆਂ ਹਾਜੀ ਆਫ objected for this calling to their Guru ji dia kafir Guru Nanak Dev Ji was politely told that to move his feet off to the direction where the Allah did not to be exist. Quraishi did not to be have an answer of this, so he realized his mistakes, and this way the Guru Nanak Dev Ji spread their message of to the God is omnipresent. So when to the Kaji asked him which of to their religion was the better of the Hinduism and Muslim, Guru Nanak Dev Ji replied without good deeds both of the beeps and will. ਕਹਿੰਦੇ ਗੁਰੂ ਨਾਨਕ ਦੇਵ ਜੀ ਜਦੋਂ ਮੱਕਾ ਦੇ ਵਿੱਚ ਗਏ ਤਾਂ ਉਹ ਕੀ ਆ ਉਹਨਾਂ ਨੇ ਕਬਰ ਜਿਹੜੀ ਸੀ ਕਫੀਰ ਦੀ, ਤਾਂ ਉਹ ਕੱਬਾ ਸੀਗਾ ਉੱਧਰ ਨੂੰ ਆਪਣੇ ਪੈਰ ਕਰਕੇ ਸੋ ਗਏ, ਤਾਂ ਜਿਹੜੇ ਇੱਕ ਉੱਥੇ ਦੇ ਕਾਜੀ ਸੀਗੇ ਉਹ ਉਹਦੇ ਕੋਲ ਆਏ ਅਤੇ ਉਹਨਾਂ ਨੂੰ ਕਾਫਿਰ ਕਹਿ ਕੇ ਕਲਾਇਆ, ਅਤੇ ਗੁਰੂ ਨਾਨਕ ਦੇਵ ਜੀ ਨੇ ਉਹਨਾਂ ਨੂੰ ਪੋਲਾਈਟਲੀ ਪੁੱਛਿਆ, ਉਹਨਾਂ ਨੇ ਕਿਹਾ ਵੀ ਤੁਸੀਂ ਉੱਧਰ ਨੂੰ ਪੈਰ ਕਰਕੇ ਕਿਉਂ ਬੈਠੇ ਹੋ, ਕਿਉਂਕਿ ਇੱਧਰ ਕੀ ਆ ਮੱਕਾ ਦਾ ਤੀਰਥ ਸਥਾਨ ਆ। ਤਾਂ ਗੁਰੂ ਨਾਨਕ ਦੇਵ ਜੀ ਨੇ ਕਿਹਾ ਵੀ ਚਲੋ ਫਿਰ ਇੱਦਾਂ ਕਰੋ ਵੀ ਜਿਹੜੇ ਮੇਰੇ ਪੈਰ ਨੇ ਉਹ ਤੁਸੀਂ ਉੱਧਰ ਨੂੰ ਘੁਮਾ ਦਿਓ ਜਿੱਧਰ ਕੀ ਆ ਰੱਬ ਨਹੀਂ ਹੈਗਾ ਜਾਂ ਅੱਲਾ ਨਹੀਂ ਹੈਗੇ। ਤਾਂ ਇਹ ਗੱਲ ਸੁਣ ਕੇ ਜਿਹੜਾ ਕਾਜੀ ਸੀਗਾ ਉਹਨੂੰ ਕਾਫੀ ਉਹਨਾਂ ਕੋਲ ਕੋਈ ਆਨਸਰ ਨਹੀਂ ਸੀਗਾ, ਅਤੇ ਉਹਨਾਂ ਨੂੰ ਆਪਣੀ ਗਲਤੀ ਅਹਿਸਾਸ ਹੋਈ। ਤਾਂ ਗੁਰੂ ਨਾਨਕ ਦੇਵ ਜੀ ਨੂੰ ਗੁਰੂ ਨਾਨਕ ਦੇਵ ਜੀ ਨੇ ਇਹ ਮੈਸੇਜ ਦਿੱਤਾ ਕਿ ਰੱਬ ਕੀ ਆ ਸਾਰੀ ਜਗ੍ਹਾ 'ਤੇ ਰਹਿੰਦਾ ਵਾ, ਤਾਂ ਇਸ ਦਾ ਮਤਲਬ ਇਹ ਸੀ। ਤਾਂ ਕਾਜੀ ਜੀ ਨੇ ਉਹਨਾਂ ਤੋਂ ਪੁੱਛਿਆ ਵੀ ਕਿਹੜਾ ਧਰਮ ਸਭ ਤੋਂ ਜ਼ਿਆਦਾ ਵਧੀਆ ਵਾ, ਹਿੰਦੂ ਆ ਜਾਂ ਮੁਸਲਿਮ ਆ, ਤਾਂ ਉਹਨਾਂ ਨੇ ਦੱਸਿਆ ਗੁਰੂ ਨਾਨਕ ਦੇਵ ਜੀ ਨੇ ਜਿਹੜਾ ਬੰਦਾ ਚੰਗੇ ਕਰਮ ਕਰਦਾ ਵਾ ਅਤੇ ਜਿਹੜੇ ਚੰਗੇ ਕੰਮ ਨਹੀਂ ਕਰਦਾ ਵਾ ਉਹ ਧਰਮ ਕੋਈ ਵੀ ਵਧੀਆ ਨਹੀਂ ਹੈਗਾ। ਨੈਕਸਟ ਹੈਗਾ ਵਾ ਹਸਨ ਅਬਦੁਲ ਜਿਹੜਾ ਪਾਕਿਸਤਾਨ ਦੇ ਵਿੱਚ ਸੀ। ਗੁਰੂ ਨਾਨਕ ਦੇਵ ਜੀ ਹਸਨ ਅਬਦੁਲ ਆਫਟਰ ਦੇਅਰ ਟੂ ਦੀਆਂ ਮੱਕਾ ਮਦੀਨਾ ਤੋਂ ਬਾਅਦ ਉਹ ਹਸਨ ਅਬਦੁਲ ਕੋਲ ਪਹੁੰਚੇ। ਹੀ ਵਾਜ਼ ਇਗਨੋਰੈਂਟ ਮੁਸਲਿਮ ਫਕੀਰ ਨੇਮ ਟੂ ਦੀਆਂ ਵਾਲੀ Kurshidar lived into the stiffer hills here. He had to be stopped to the flowing the water from to the reaching the town below to the hills. ਵੀ ਉੱਥੇ ਇੱਕ ਜਿਹੜਾ ਉਹ ਸੀਗਾ ਘਮੰਡੀ ਜਿਹੜਾ ਸੀਗਾ
ਹਸਨ ਕਾਬਰ ਨਾਮ ਦਾ ਇੱਕ ਪਰਸਨ ਸੀਗਾ, ਉਹ ਜਿੱਥੇ ਰਹਿੰਦਾ ਸੀ ਉਹਨਾਂ ਨੇ, ਉਹ ਪਹਾੜਾਂ ਦੇ ਵਿੱਚ ਸੀ ਅਤੇ ਉਹਨਾਂ ਨੇ ਉੱਥੋਂ ਪਾਣੀ ਨਿਕਲਣਾ ਬੰਦ ਕਰ ਦਿੱਤਾ ਸੀ ਤਾਂ ਜੋ ਕੀ ਆ ਉਹ ਜਿਹੜੇ ਨੀਚੇ ਰਹਿੰਦੇ ਲੋਕ ਸੀ ਉਹਨਾਂ ਨੂੰ ਪਾਣੀ ਨਾ ਮਿਲੇ। ਡਿਸਪਿਟਸ ਦੀ ਅਪੀਲਸ ਆਫ ਟੂ ਦੀ ਟਾਊਨ ਪੀਪਲਸ ਹੀ ਡਿਡ ਨਾਟ ਅਲਾਉ ਟੂ ਦੀ ਫਲੋ ਆਫ ਦੀ ਵਾਟਰ, ਹੀ ਵਾਜ਼ ਰਿਫਿਊਜ਼ਡ ਦੀ ਵਾਟਰ ਟੂ ਦੀ ਭਾਈ ਮਰਦਾਨਾ ਜੀ। ਗੁਰੂ ਨਾਨਕ ਦੇਵ ਜੀ was came no to the it, he pushed aside the rock nearly and fountain to the water spring up in the feet of to the range of Kabul Bali Kurshidar throw to the rock of to the Guru Nanak Dev Ji, and Guru Nanak Dev Ji halt to the stones with his hand and to the shelter to the Bhai Kuljit egos। This place is known to the ਗੁਰਦੁਆਰਾ ਸ਼੍ਰੀ ਪੰਜਾ ਸਾਹਿਬ ਨਾਓ ਇਨ ਪਾਕਿਸਤਾਨ। ਕਹਿੰਦੇ ਵੀ ਜਿਹੜੇ ਉਹ ਪਰਸਨ ਸੀਗਾ ਉਹਨਾਂ ਨੇ ਪਾਣੀ ਅਲਾਓ ਨਹੀਂ ਕੀਤਾ ਲੋਕਾਂ ਨੂੰ ਦੇਣ ਦੇ ਲਈ, ਤਾਂ ਗੁਰੂ ਨਾਨਕ ਦੇ ਭਾਈ ਮਰਦਾਨਾ ਜੀ ਵੀ ਉਹਨਾਂ ਤੋਂ ਪਾਣੀ ਮੰਗਣ ਗਏ ਤਾਂ ਉਹਨਾਂ ਨੇ ਉਹਨਾਂ ਨੂੰ ਮਨਾ ਕਰ ਦਿੱਤਾ। ਤਾਂ ਗੁਰੂ ਨਾਨਕ ਦੇਵ ਜੀ ਨੇ ਇੱਕ ਜਗ੍ਹਾ ਤੋਂ ਹਿਲਾਇਆ, ਇੱਕ ਪੱਥਰ ਹਿਲਾਇਆ ਤਾਂ ਉੱਥੋਂ ਕੀ ਆ ਪਾਣੀ ਦੀ ਇੱਕ ਧਾਰਾ ਨਿਕਲ ਆਈ। ਤਾਂ ਇਹ ਚੀਜ਼ ਦੇਖ ਕੇ ਉਹ ਜਿਹੜਾ ਉੱਥੇ ਦੇ ਹਸਨ ਅਬਦੁਲ ਸੀਗੇ ਉਹਨਾਂ ਨੂੰ ਇਹ ਚੀਜ਼ ਵਧੀਆ ਨਹੀਂ ਲੱਗੀ, ਤਾਂ ਉਹਨਾਂ ਨੇ ਇੱਕ ਜਿਹੜਾ ਪੱਥਰ ਸੀਗਾ ਉਹ ਗੁਰੂ ਨਾਨਕ ਦੇਵ ਜੀ ਦੇ ਉੱਤੇ ਸੁੱਟਿਆ ਤਾਂ ਗੁਰੂ ਨਾਨਕ ਦੇਵ ਜੀ ਨੇ ਆਪਣੇ ਹੱਥ ਦੇ ਨਾਲ ਉਹ ਪੱਥਰ ਨੂੰ ਰੋਕ ਲਿੱਤਾ। ਤਾਂ ਇਸ ਤਰੀਕੇ ਨਾਲ ਉਹਨਾਂ ਦੀ ਈਗੋ ਦੇ ਉੱਤੇ ਕਾਫੀ ਹਰਟ ਹੋਇਆ ਅਤੇ ਉੱਥੇ ਗੁਰਦੁਆਰਾ ਬਣਾਇਆ ਗਿਆ ਸ਼੍ਰੀ ਪੰਜਾ ਸਾਹਿਬ, ਜਿਹੜਾ ਕਿ ਅੱਜ ਪਾਕਿਸਤਾਨ ਦੇ ਵਿੱਚ ਹੈ। ਨੈਕਸਟ ਹੈ ਸਾਡੇ ਕੋਲ ਵੀ ਤੁਸੀਂ ਕਿਹਦੇ ਬਾਰੇ ਜਾਣਦੇ ਹੋ, ਜਿਵੇਂ ਆ ਕੰਟੈਂਪਰਰੀ ਪੰਜਾਬ ਵੀ ਪੰਜਾਬ ਦਾ ਜਿਹੜਾ ਸਮਕਾਲੀਨ ਇਤਿਹਾਸ ਸੀਗਾ, ਜਿਹੜਾ ਸਟੈਬਲਿਸ਼ਮੈਂਟ ਹੋਈ ਸੀ ਮੁਗਲ ਇੰਪਾਇਰ ਦੀ। ਤੁਰਕ ਦੇ ਵਿੱਚ ਜਿਹੜਾ ਬਾਬਰ ਸੀਗਾ ਉਹਨੇ ਡਿਫੀਟ ਕੀਤਾ ਇਬਰਾਹਿਮ ਲੋਧੀ ਨੂੰ, ਅਤੇ ਉਹ ਹੁਣ ਪੋਲੀਟੀਸ਼ੀਅਨ ਦੇ ਵਿੱਚ ਇਵੈਂਟ ਦੇ ਨਾਲ ਅਤੇ ਗੁਰੂ ਨਾਨਕ ਦੇਵ ਜੀ ਦੀ ਲਾਈਫ ਦੇ ਨਾਲ ਉਹ ਵੀ ਕਾਫੀ ਹੱਦ ਤੱਕ ਜੁੜਿਆ ਰਿਹਾ। ਜਿਵੇਂ ਪੰਜਾਬ ਅੰਡਰ ਟੂ ਦੀ ਲੋਧੀ ਸੁਲਤਾਨ ਅਫਗਾਨ, ਪਹਿਲਾਂ ਜਦੋਂ ਅਫਗਾਨ ਦੇ ਅੰਡਰ ਸੀਗਾ ਯਾਨੀ ਕਿ ਲੋਧੀ ਸੁਲਤਾਨ ਦੇ ਅੰਡਰ ਸੀਗਾ। ਡਿਊਰਿੰਗ ਗੁਰੂ ਨਾਨਕ ਦੇਵ ਜੀ ਦੀ ਪੰਜਾਬ ਵਾਜ਼ ਪਾਰਟ ਆਫ ਟੂ ਦੀ ਦਿੱਲੀ ਸਲਤਨਤ, ਵੀ ਜਿਹੜਾ ਪੰਜਾਬ ਸੀਗਾ ਉਹ ਦਿੱਲੀ ਸਲਤਨਤ ਦਾ ਪਾਰਟ ਸੀਗਾ। ਫਸਟ 5 ਅਤੇ 6 ਈਅਰ ਦੇ ਵਿੱਚ ਸੁਲਤਾਨ ਜਿਹੜੇ ਸੀਗੇ ਉਹ ਰੂਲ ਕਰਦੇ ਹੁੰਦੇ ਸੀਗੇ, ਜਿਹੜੇ ਕਿ 3 ਲੋਧੀ ਸਲਤਨਤ ਦੇ ਸੀਗੇ, ਜਿਵੇਂ ਬਿਲੋਲ ਖਾਂ ਲੋਧੀ ਸੀਗਾ, ਇੱਕ ਸਿਕੰਦਰ ਲੋਧੀ ਸੀਗਾ, ਇੱਕ ਇਬਰਾਹਿਮ ਲੋਧੀ ਸੀਗਾ। ਇਹ 3 ਜਣਿਆਂ ਨੇ ਜਿਹੜਾ ਪੰਜਾਬ ਦੇ ਉੱਤੇ ਰਾਜ ਕੀਤਾ ਵਾ। ਜਿਹੜੇ ਲੋਧੀ ਸੁਲਤਾਨ ਅਪੁਆਇੰਟਡ ਟੂ ਦੀ ਖਾਨ ਲੋਧੀ ਨੂੰ ਜਿਹੜਾ ਅਪੁਆਇੰਟ ਕੀਤਾ ਗਿਆ ਸੀ ਗਵਰਨਰ ਪੰਜਾਬ ਦੇ ਵਿੱਚ, ਤਾਂ ਜੋ ਕਿ ਉਹ ਵਧੀਆ ਢੰਗ ਨਾਲ ਉੱਥੇ ਚਲਾ ਸਕੇ ਸਾਰਿਆਂ ਨੂੰ। ਪਰ ਦੌਲਤ ਖਾਂ ਲੋਧੀ ਜਿਹੜਾ ਸੀਗਾ ਉਹ ਗਵਰਨਰ ਜਿਹੜਾ ਸੀਗਾ ਪੰਜਾਬ ਦਾ ਦੁਬਾਰਾ ਬਣ ਗਿਆ, ਅਤੇ ਉਹ ਕੀ ਆ ਲਾਇਲ ਬਣ ਗਿਆ ਸੀ ਸਿਕੰਦਰ ਲੋਧੀ ਦਾ। ਅਤੇ ਇਬਰਾਹਿਮ ਲੋਧੀ ਜਿਹੜਾ ਲਾਸਟ ਰੂਲਰ ਮੰਨਿਆ ਗਿਆ ਦੌਲਤ ਖਾਂ ਲੋਧੀ ਡਾਇਨੈਸਟੀ ਦਾ, ਜਿਹਨੇ ਕਿ ਉੱਥੇ ਰਾਜ ਕੀਤਾ ਜਾਂ ਤਖਤ ਦੇ ਉੱਤੇ ਬੈਠਾ। ਦੌਲਤ ਖਾਂ ਲੋਧੀ ਜਿਹੜਾ ਸੀਗਾ ਉਹਨੇ ਕਈ ਤਰ੍ਹਾਂ ਦੇ ਜਿਹੜੀਆਂ ਉਹਦੇ ਨਾਲ ਬਗਾਵਤਾਂ ਉੱਠ ਰਹੀਆਂ ਸੀ ਉਹਨਾਂ ਨੂੰ ਹਟਾਇਆ, ਅਤੇ ਹੀ ਵਾਂਟਡ ਟੂ ਬਿਕਮ ਟੂ ਦੀ, ਅਤੇ ਉਹ ਇਕੱਲਾ ਅਜਿਹਾ ਪਰਸਨ ਬਣਿਆ ਜਿਹਨੇ ਇੰਡੀਪੈਂਡੈਂਟ ਜਿਹੜਾ ਰੂਲ ਕੀਤਾ ਵਾ ਅੱਜ ਪੰਜਾਬ ਦੇ ਉੱਤੇ, ਅਤੇ ਉਹਨੇ ਕਈ ਤਰ੍ਹਾਂ ਦੀ ਅਚੀਵਮੈਂਟਸ ਹਾਸਲ ਕੀਤੀਆਂ। ਅਤੇ ਉਸ ਤੋਂ ਬਾਅਦ ਜਿਹੜਾ ਬਾਬਰ ਸੀਗਾ ਉਹਨੇ ਪੰਜਾਬ ਦੇ ਉੱਤੇ ਹਮਲਾ ਕੀਤਾ। ਫਿਰ ਬਾਬਰ ਇਨਵਿੰਸ ਟੂ ਦੀ ਪੰਜਾਬ ਟੂ ਦੀ ਐਸਟੈਬਲਿਸ਼ਮੈਂਟ ਆਫ ਟੂ ਦੀ ਮੁਗਲ ਅੰਪਾਇਰ, ਅਤੇ ਹੁਣ ਉਹਨੇ ਜਿਹੜਾ ਤਾਂ ਹੁਣ ਉਸ ਤੋਂ ਬਾਅਦ ਜਿਹੜਾ ਬਾਬਰ ਸੀਗਾ ਉਹਨੇ ਸਟੈਬਲਿਸ਼ ਕੀਤਾ ਮੁਗਲ ਅੰਪਾਇਰ ਨੂੰ ਉੱਥੇ। ਤਾਂ ਉਹ ਕਾਬੁਲ ਤੋਂ ਆਇਆ ਅਤੇ ਉਹਨੇ ਇੰਡੀਆ ਦੇ ਵਿੱਚ ਆਪਣਾ ਰੂਲ ਸਟੈਬਲਿਸ਼ ਕਰਨ ਦੇ ਬਾਰੇ ਸੋਚਿਆ, ਤਾਂ ਉਹਨੇ ਸਭ ਤੋਂ ਪਹਿਲਾਂ ਪੰਜਾਬ ਦੇ ਉੱਤੇ ਹਮਲਾ ਕੀਤਾ। ਇਸ ਸਮੇਂ ਜਿਹੜੀ ਸਟਰਗਲ ਹੋਈ ਇਬਰਾਹਿਮ ਲੋਧੀ ਅਤੇ ਦੌਲਤ ਖਾਂ ਲੋਧੀ ਅਤੇ ਬਾਬਰ ਦੇ ਵਿੱਚ, ਇਹ ਹੋਇਆ ਸੀ 1519 ਤੋਂ ਲੈ ਕੇ 1526 ਤੱਕ ਇਹ ਚੱਲਦਾ ਰਿਹਾ, ਅਤੇ ਉਹਦਾ ਪੂਰਾ ਕੰਟਰੋਲ ਜਿਹੜਾ ਸੀ ਉਸ ਤੋਂ ਬਾਅਦ ਪੰਜਾਬ ਦੇ ਕੋਲ ਆ ਗਿਆ, ਪੰਜਾਬ ਦਾ ਕੰਟਰੋਲ ਉਹਦੇ ਕੋਲ ਆ ਗਿਆ। ਇਸ ਸਟਰਗਲ ਦੇ ਵਿੱਚ ਜਿਹੜਾ ਸੀਗਾ ਉਹ ਤ੍ਰੀ ਪਾਰਟੀਅਲ ਸਟਰਗਲ ਚੱਲਦੀ ਰਹੀ, ਉਹ 3 ਜਣਿਆਂ ਦੇ ਵਿੱਚ ਲੜਾਈ ਚੱਲਦੀ ਰਹੀ। ਅਤੇ ਬਾਬਰ ਜਿਹੜਾ ਸੀਗਾ ਉਹਨੇ ਪੰਜਾਬ ਦੇ ਉੱਤੇ 5 ਵਾਰ ਆਰਡਰ ਕਰਨ ਦੀ ਕੋਸ਼ਿਸ਼ ਕੀਤੀ, ਅਤੇ ਬਾਬਰ ਜਿਹੜਾ ਫਸਟ ਜਿਹੜਾ ਉਹਨੇ ਕੀਤਾ ਸੀਗਾ ਉਹਨੇ ਬਿਹਰਾ ਅਤੇ ਬਿਜਨੌਰ ਦੇ ਵਿੱਚ ਅਪ੍ਰੈਲ 1919 ਦੇ ਵਿੱਚ ਕੀਤਾ, ਅਤੇ ਸੈਕਿੰਡ ਜਿਹੜੀ ਉਹਨੇ ਹਮਲਾ ਕੀਤਾ ਉਹ ਪੇਸ਼ਾਵਰ ਦੇ ਵਿੱਚ ਸਤੰਬਰ 1519 ਦੇ ਵਿੱਚ ਕੀਤਾ, ਅਤੇ ਤੀਜਾ ਜਿਹੜਾ ਹਮਲਾ ਕੀਤਾ ਉਹਨੇ ਸੱਯਦਪੁਰ ਦੇ ਵਿੱਚ 1520 AD ਦੇ ਵਿੱਚ ਕੀਤਾ। ਅਤੇ ਉਹਨੇ ਇਨਵੀਟੇਸ਼ਨ ਜਿਹੜਾ ਦੌਲਤ ਖਾਂ ਲੋਧੀ ਨੇ ਦਿੱਤਾ ਸੀਗਾ, ਤਾਂ ਉਹਦੇ ਨਾਲ ਬਾਬਰ ਨੇ ਹਮਲਾ ਕੀਤਾ ਪੰਜਾਬ ਦੇ ਉੱਤੇ 4ਥੀ ਵਾਰ, ਅਤੇ 1514 ਦੇ ਵਿੱਚ, ਅਤੇ 5th ਵਾਰ ਉਹਨੇ 5ਵੀਂ ਵਾਰ ਜਿਹੜਾ ਹਮਲਾ ਕੀਤਾ 1525 ਦੇ ਵਿੱਚ, ਅਤੇ ਬਾਬਰ ਨੇ ਉਸ ਸਮੇਂ ਡਿਫੀਟ ਕੀਤਾ, ਅਤੇ ਜਿਹੜਾ ਦੌਲਤ ਖਾਂ ਲੋਧੀ ਸੀ ਉਹਨੂੰ ਕੀ ਹੈ ਜੇਲ੍ਹ ਦੇ ਵਿੱਚ ਪਾ ਦਿੱਤਾ। ਤਾਂ ਇਸ ਤਰੀਕੇ ਨਾਲ ਜਿਹੜਾ ਪੰਜਾਬ ਸੀਗਾ ਉਹ ਇਨਕਲੂਡਿੰਗ ਲਾਹੌਰ ਉਹਦੇ ਕੋਲ ਆ ਗਿਆ ਸੀਗਾ, ਅਤੇ ਹੁਣ ਉਹ ਪੰਜਾਬ ਦੇ ਉੱਤੇ ਰਾਜ ਕਰਨ ਲੱਗ ਗਿਆ ਸੀ ਬਾਬਰ। ਅਤੇ ਉਹਨੇ ਹੁਣ ਆਪਣੇ ਆਪ ਨੂੰ ਦਿੱਲੀ ਤੱਕ ਵਧਾਇਆ, ਅਤੇ 1526 ਈਸਵੀ ਤੱਕ ਇਹ ਬੈਟਲ ਜਿਹੜੀ ਆ ਉਹ ਚੱਲਦੀ ਰਹੀ ਇਬਰਾਹਿਮ ਲੋਧੀ ਦੇ ਵਿੱਚ ਅਤੇ ਬਾਬਰ ਦੇ ਵਿੱਚ। ਪਾਣੀਪਤ ਦੇ ਏਰੀਆ ਦੇ ਵਿੱਚ ਜਿਹੜੀ ਕਿ ਫਸਟ ਬੈਟਲ ਮੰਨੀ ਜਾਂਦੀ ਹੈ ਪਾਣੀਪਤ ਦੀ। ਅਤੇ ਉਸ ਤੋਂ ਬਾਅਦ ਜਿਹੜਾ ਬਾਬਰ ਸੀਗਾ ਉਹ ਦਿੱਲੀ, ਅਤੇ ਉਹਨੇ ਮੁਗਲ ਅੰਪਾਇਰ ਨੂੰ ਜਿਹੜਾ ਵਾ ਉਹ ਇੰਡੀਆ ਦੇ ਵਿੱਚ ਸਟੈਬਲਿਸ਼ ਕਰ ਦਿੱਤਾ। ਕਹਿੰਦੇ ਜਿਹੜਾ 4ਥੀ ਟਰੈਵਲਿੰਗ ਸੀਗੀ ਉਹ ਸੀਗੀ ਗੁਰੂ ਨਾਨਕ ਦੇਵ ਜੀ 4ਥੀ ਉਦਾਸੀ ਕਰ ਰਹੇ ਸੀ 1520 ਦੇ ਵਿੱਚ। ਤਾਂ ਗੁਰੂ ਨਾਨਕ ਦੇਵ ਜੀ ਨੂੰ ਜਿਹੜਾ ਸੱਯਦਪੁਰ ਦੇ ਵਿੱਚ ਸੀਗਾ ਬਾਬਰ ਨੇ ਉਹਨਾਂ ਨੂੰ ਹਰਾਉਣ ਤੋਂ ਬਾਅਦ ਗੁਰੂ ਨਾਨਕ ਦੇਵ ਜੀ ਨੂੰ
ਉੱਥੇ ਕੈਦ ਕਰ ਲਿਆ ਸੀ। ਅਤੇ ਉਹਨਾਂ ਨੂੰ ਇਹ ਨਹੀਂ ਪਤਾ ਸੀ ਵੀ ਇਹਨਾਂ ਸਾਰੇ ਲੋਕਾਂ ਦੇ ਵਿੱਚ ਗੁਰੂ ਨਾਨਕ ਦੇਵ ਜੀ ਵੀ ਕੈਦ ਹੋ ਗਏ। ਅਤੇ ਗੁਰੂ ਨਾਨਕ ਦੇਵ ਜੀ ਦੇ ਬਾਰੇ ਜਦੋਂ ਉਹਨਾਂ ਨੂੰ ਪਤਾ ਲੱਗਿਆ ਤਾਂ ਉਹਨਾਂ ਨੇ ਮਾफ़ੀ ਮੰਗੀ ਅਤੇ ਗੁਰੂ ਨਾਨਕ ਦੇਵ ਜੀ ਨੂੰ ਛੱਡ ਦਿੱਤਾ ਸੀਗਾ। ਜਾਂ ਡੀਪਲੀ ਸਟੱਡੀ ਆਫ ਗੁਰੂ ਨਾਨਕ ਦੇਵ ਜੀ ਬਾਣੀ ਕਲੀਅਰਲੀ ਟੂ ਰਿਵੀਲਸ ਟੂ ਜਾਂ ਨਥਿੰਗ ਟੂ ਦੀ ਐਪਰੀਸ਼ੀਏਟਿੰਗ ਆਫ ਸੋਸ਼ਲ ਐਂਡ ਪੋਲੀਟੀਕਲ ਐਂਡ ਰਿਲੀਜੀਅਸ ਲੀਮਸ ਆਫ ਟੂ ਦੀ ਇੰਡੀਆ। ਜੇਕਰ ਅਸੀਂ ਗੁਰੂ ਨਾਨਕ ਦੇਵ ਜੀ ਦੀ ਬਾਣੀ ਨੂੰ ਪ੍ਰੋਪਰ ਪੜ੍ਹੀਏ ਤਾਂ ਸਾਨੂੰ ਪਤਾ ਲੱਗਦਾ ਵੀ ਕਿਸ ਤਰੀਕੇ ਨਾਲ ਉਸ ਸਮੇਂ ਸਮਾਜਿਕ ਅਤੇ ਰਾਜਨੀਤਿਕ ਅਤੇ ਧਾਰਮਿਕ ਘਟਨਾਵਾਂ ਵਾਪਰੀਆਂ ਅਤੇ ਸੋਸ਼ਲ ਅਤੇ ਇਕਨੋਮਿਕ ਕੰਡੀਸ਼ਨ ਕਿਹੋ ਜਿਹੀ ਸੀਗੀ ਉਹ ਜਮਾਂ ਹੀ ਖਤਮ ਹੋ ਚੁੱਕੀ ਸੀ। ਤਾਂ ਗੁਰੂ ਨਾਨਕ ਦੇਵ ਜੀ ਜਦੋਂ ਉੱਥੇ ਧਰਤੀ ਦੇ ਉੱਤੇ ਆਏ ਤਾਂ ਉਹਨਾਂ ਨੇ ਆਪਣੀ ਆਈਡੀਓਲੋਜੀ ਆਪਣੇ ਵਿਚਾਰ ਉੱਥੇ ਪ੍ਰਗਟ ਕੀਤੇ ਅਤੇ ਇਸ ਤਰੀਕੇ ਨਾਲ ਉਹਨਾਂ ਨੇ ਆਪਣੀ ਸੁਸਾਇਟੀ ਨੂੰ ਆਪਣੀ ਬਾਣੀ ਦੇ ਵਿੱਚ ਐਕਸਪਲੇਨ ਕੀਤਾ ਅਤੇ ਉਹਨਾਂ ਨੂੰ ਨੈਤਿਕਤਾ ਦੀ ਪੜ੍ਹਾਈ ਕਰਵਾਈ। ਪੋਲੀਟੀਕਲ ਕੰਡੀਸ਼ਨ ਸੀਗੀ ਉਸ ਸਮੇਂ ਦੀ ਉਹਨਾਂ ਦੀ, ਤਾਂ ਜਿਹੜੀ ਤੁਰਕ ਅਫਗਾਨ ਸੀਗੇ ਉਹ ਪੰਜਾਬ ਦੇ ਉੱਤੇ ਹਮਲਾ ਕਰ ਚੁੱਕੇ ਸੀ ਅਤੇ ਪੂਰੇ ਪੰਜਾਬ ਦੇ ਉੱਤੇ ਜਿਹੜੇ ਸਨਾਰਥ ਸੀਗੇ ਉਹਨਾਂ ਦਾ ਪੂਰਾ ਇਹਨਾਂ ਉੱਤੇ ਅਧਿਕਾਰ ਚੱਲ ਰਿਹਾ ਸੀਗਾ। ਅਤੇ ਇਸ ਤਰੀਕੇ ਨਾਲ ਉਹ ਪੂਰੇ ਇੰਡੀਆ ਦੇ ਉੱਤੇ ਰਾਜ ਕਰ ਰਹੇ ਸੀ। ਜਿਹੜੇ ਮੁਸਲਮਾਨ ਸੀਗੇ ਉਹਨਾਂ ਦਾ ਪੂਰਾ ਸੁਸਾਇਟੀ ਦੇ ਉੱਤੇ ਰੋਲ ਸੀਗਾ। ਉਹਨਾਂ ਨੇ ਕੀ ਕੀਤਾ ਹੋਇਆ ਸੀਗਾ, ਉਹ ਕੈਸ਼ ਅਤੇ ਟੈਕਸ ਫਰੀ ਜਿਹੜੇ ਜਾਗੀਰ ਸੀਗੀਆਂ ਉਹਨਾਂ ਨੂੰ ਦੇ ਦਿੱਤੀਆਂ ਸੀ। ਜਿਹੜੀਆਂ ਨਾਨ ਮੁਸਲਿਮ ਸੀਗੀਆਂ ਉਹਨਾਂ ਨੂੰ ਡਿਸਕ੍ਰੀਮੀਨੇਟ ਕੀਤਾ ਜਾਂਦਾ ਸੀ, ਕਈ ਬੇਸਿਸ ਦੇ ਉੱਤੇ ਉਹਨਾਂ ਦੇ ਉੱਤੇ ਜਜ਼ੀਆ ਲਗਾਇਆ ਜਾਂਦਾ ਹੁੰਦਾ ਸੀ ਅਤੇ ਉਹਨਾਂ ਦੇ ਤੀਰਥ ਜਿਹੜੇ ਲੋਕ ਸੀਗੇ ਆਉਣ ਜਾਣ ਦੇ ਉੱਤੇ ਵੀ ਟੈਕਸ ਲਗਾਇਆ ਜਾਂਦਾ ਸੀ। ਅਤੇ ਇਸ ਤਰੀਕੇ ਨਾਲ ਜਿਹੜੇ ਮੈਨੀ ਹਿੰਦੂ ਸੀਗੇ ਉਹਨਾਂ ਨੂੰ ਗੁੱਡ ਨੌਲੇਜ ਸੀਗੀ ਪਾਰਸੀਅਨ ਲੈਂਗੁਏਜ ਦੀ, ਅਤੇ ਉਹਨਾਂ ਦੇ ਜਿਹੜੇ ਮਿਡਲ ਅਤੇ ਲੋਅਰ ਸਪੋਟਸ ਹੁੰਦੇ ਸੀਗੇ ਆਫੀਸ਼ੀਅਲ ਜੋਬ ਸੀਗੀਆਂ ਉਹਨੂੰ ਦੀਵਾਨ ਨੂੰ ਦਿੱਤੀਆਂ ਗਈਆਂ। ਅਤੇ ਉਹ ਜਿਹੜੇ ਸੀਗੇ ਉਹ ਸਾਰੇ ਜਿਵੇਂ ਪਟਵਾਰੀਜ਼ ਹੋ ਗਏ ਅਤੇ ਹੋਰ ਜਿਹੜੇ ਚੌਰਾਹੇ ਹੋ ਗਏ ਉਹ ਸਾਰੇ ਵਰਕ ਕਰਦੇ ਹੁੰਦੇ ਸੀ। ਤਾਂ ਗੁਰੂ ਨਾਨਕ ਦੇਵ ਜੀ ਜਿਹੜੇ ਸੀਗੇ ਉਹ ਵੀ ਫੈਮਲੀਅਰ ਸੀਗੇ ਐਡਮਿਨਿਸਟ੍ਰੇਸ਼ਨ ਦੇ ਨਾਲ, ਉਹਨਾਂ ਨੂੰ ਪਤਾ ਸੀਗਾ ਵੀ ਇਹ ਕਿਸ ਤਰੀਕੇ ਨਾਲ ਸਾਰੀਆਂ ਪਾਲਿਸੀਆਂ ਚੱਲਦੀਆਂ ਨੇ, ਤੁਰਕ ਅਫਗਾਨ ਦਾ ਰੂਲ ਇਹਦੇ ਉੱਤੇ ਚੱਲਦਾ ਵਾ। ਤਾਂ ਉਹਨਾਂ ਨੇ ਆਪਣੀ ਬਾਣੀ ਦੇ ਵਿੱਚ ਵੀ ਇਸ ਚੀਜ਼ ਬਾਰੇ ਲਿਖਿਆ, ਤੁਰਕ ਅਫਗਾਨ ਦੇ ਰੂਲ ਦੇ ਬਾਰੇ ਵਿਦ ਕਲਯੁਗ ਵੀ ਉਹਨਾਂ ਦੱਸਿਆ ਵੀ ਕਲਯੁਗ ਦੇ ਵਿੱਚ ਕੀ ਚੱਲ ਰਿਹਾ ਸੀ। ਉਹਨਾਂ ਨੂੰ ਇਹ ਚੀਜ਼ਾਂ ਜਿਹੜੀਆਂ ਡਿਸਕ੍ਰੀਮੀਨੇਸ਼ਨ ਸੀਗੀਆਂ ਮਈਅਰ ਕੀਤੀਆਂ ਜਾਂਦੀਆਂ ਸੀ, ਜਜ਼ੀਆ ਦੇ ਹੋਰ ਜਿਹੜਾ ਤੀਰਥ ਦੇ ਉੱਤੇ ਜਿਹੜਾ ਟੈਕਸ ਲੱਗਦਾ ਸੀ, ਇਹ ਚੀਜ਼ਾਂ ਦਾ ਉਹਨਾਂ ਨੂੰ ਹਰੇਕ ਵਾਰ ਉਹਨਾਂ ਨੂੰ ਜਿਹੜੇ ਨਾਨ ਮੁਸਲਿਮ ਸੀਗੇ ਉਹਨਾਂ ਨੂੰ ਪੇ ਕਰਨਾ ਪੈਂਦਾ ਸੀ ਜੇਕਰ ਉਹਨੇ ਇੱਕ ਜਗ੍ਹਾ ਦੂਜੀ ਜਗ੍ਹਾ ਜਾਣਾ ਸੀਗਾ। ਉਹਨਾਂ ਨੇ ਇਸ ਚੀਜ਼ ਦੇ ਬਾਰੇ 'ਤੇ ਲਿਖਿਆ ਅਤੇ ਉਹਨਾਂ ਨੂੰ ਇਹ ਚੀਜ਼ ਵੀ ਵਧੀਆ ਨਹੀਂ ਲੱਗਦੀ ਸੀ ਵੀ ਉਹ ਕੀ ਹੈ ਸ਼ੇਰਾਂ ਦਾ ਸ਼ਿਕਾਰ ਕਰਦੇ ਸੀ ਜਿਹੜੇ ਲੋਕ। ਜਿਹੜੇ ਮਜ਼ੂਮਦਾਰ ਸੀਗੇ, ਵਜ਼ੀਰ ਸੀਗੇ, ਉਹ ਕੀ ਸੀਗੇ ਲੋਕਾਂ ਨੂੰ ਹਮੇਸ਼ਾ ਤੰਗ ਕਰਦੇ ਰਹਿੰਦੇ ਸੀ। ਜਿਵੇਂ ਕੁੱਤੇ ਹੁੰਦੇ ਆ ਉਹ ਕੀ ਆਪਣੇ ਸ਼ਿਕਾਰ ਵੱਲ ਭੱਜੇ ਰਹਿੰਦੇ ਆ ਤਾਂ ਉਸੇ ਤਰੀਕੇ ਨਾਲ ਉਹ ਵੀ ਭੱਜਦੇ ਰਹਿੰਦੇ ਹੁੰਦੇ ਸੀਗੇ ਉਹਨਾਂ ਨੂੰ ਮਾਰਨ ਦੇ ਲਈ। ਅਤੇ ਜਿਹੜੇ ਰਾਮਪਟ ਸੀਗੇ ਉਹ ਬਹੁਤ ਜ਼ਿਆਦਾ ਕਰਪਟ ਸੀਗੇ ਅਤੇ ਇਸ ਤਰੀਕੇ ਨਾਲ ਉਹ ਸਾਰੀ ਜਿਹੜੀ ਸੁਸਾਇਟੀ ਸੀਗੀ ਉਹ ਸਾਧਾਰਨ ਲੋਕਾਂ ਨੂੰ ਕੀ ਸੀਗੇ ਖ਼ਤਮ ਕਰਨ ਦੇ ਉੱਤੇ ਚੱਲੇ ਹੋਏ ਸੀਗੇ। ਗੁਰੂ ਨਾਨਕ ਦੇਵ ਜੀ ਨੇ ਉਹਨਾਂ ਨੇ ਆਪਣੀ ਟੀਚਿੰਗਾਂ ਦਿੱਤੀਆਂ ਅਤੇ ਆਪਣੀਆਂ ਸਿੱਖਿਆਵਾਂ ਦਿੱਤੀਆਂ ਤਾਂ ਜੋ ਉਹਨਾਂ ਨੇ ਦੱਸਿਆ ਵੀ ਜਿਹੜਾ ਸਾਡਾ ਕਿੰਗ ਆ ਉਹ ਕੌਣ ਆ, ਰੱਬ ਹੀ ਹੈ ਅਤੇ ਰੱਬ ਦੀ ਸਾਨੂੰ ਸਰਵਿਸ ਕਰਨੀ ਚਾਹੀਦੀ ਹੈ ਤਾਂ ਉਹੀ ਇੱਕ ਸੱਚੀ ਸੇਵਾ ਹੋਏਗੀ ਅਤੇ ਸਾਨੂੰ ਜਿਹੜਾ ਰੱਬ ਆ ਉਹੀ ਸਭ ਤੋਂ ਸ਼ਕਤੀਮਾਨ ਆ ਅਤੇ ਸਾਨੂੰ ਉਹਦੇ ਅੱਗੇ ਹੀ ਝੁਕਣਾ ਚਾਹੀਦਾ ਅਤੇ ਸੈਕਿੰਡ ਗੋਡ ਹੋਰ ਕੋਈ ਵੀ ਨਹੀਂ ਹੈਗਾ। ਤਾਂ ਇਸ ਤਰੀਕੇ ਨਾਲ ਜਿਹੜੇ ਪੂਅਰ ਲੋਕ ਸੀਗੇ ਉਹਨਾਂ ਨੂੰ ਹਾਈਐਸਟ ਲੈਵਲ ਦੇ ਉੱਤੇ ਜਿਹੜਾ ਗੋਡ ਦੀ ਗ੍ਰੇਸ ਆ ਉਹ ਮਿਲ ਸਕਦੀ ਸੀ। ਨੈਕਸਟ ਸੀਗਾ ਸੋਸ਼ਲ ਰਿਲੀਜੀਅਸ ਕੰਡੀਸ਼ਨ ਵੀ ਜਿਹੜੀ 16ਵੀਂ ਸਦੀ ਸੀਗੀ ਉਹ ਜ਼ਿਆਦਾ ਵਧੀਆ ਨਹੀਂ ਸੀਗੀ। ਸੁਸਾਇਟੀ ਦੇ ਵਿੱਚ ਜਿਹੜੀਆਂ ਸੁਸਾਇਟੀ ਸੀਗੀਆਂ ਉਹ ਦੋ ਪਾਰਟਸ ਦੇ ਵਿੱਚ ਡਿਵਾਈਡ ਕੀਤੇ ਹੋਏ, ਹਿੰਦੂ ਅਤੇ ਮੁਸਲਿਮ। ਜਿਹੜੇ ਮੁਸਲਿਮ ਸੀਗੇ ਉਹ ਕੀ ਸੀਗੇ ਰੂਲਿੰਗ ਮੰਨੀ ਜਾਂਦੀ ਸੀ, ਜਿਹੜੇ ਕਿ ਸਾਰੀ ਸੁਸਾਇਟੀ ਨੂੰ ਲੀਡ ਕਰਦੇ ਹੁੰਦੇ ਸੀਗੇ। ਅਤੇ ਮੁਸਲਿਮ ਸੁਸਾਇਟੀ ਦੇ ਵਿੱਚ ਕਈ ਤਰ੍ਹਾਂ ਦੇ ਕਾਨੂੰਨ ਬਣਾਏ ਹੁੰਦੇ ਸੀ, ਜਿਹੜੇ ਉਹ ਕਾਨੂੰਨ ਸੀਗੇ ਤੁਰਕ ਅਫਗਾਨੀ ਲੋਕ ਦੁਆਰਾ ਬਣਾਏ ਗਏ ਸੀ ਅਤੇ ਉਹਨਾਂ ਦੇ ਲੋਕਲ ਜਿਹੜੇ ਧਰਮ ਸੀਗਾ ਉਹ ਇਸਲਾਮ ਸੀਗਾ। ਅਤੇ ਜਿਹੜਾ ਇਹ ਧਰਮ ਸੀਗਾ ਇਹਦੇ ਵਿੱਚ ਉਹ ਕੀ ਸੀਗਾ ਵੀ ਜਿਹੜੇ ਵਾਰ ਦੇ ਵਿੱਚੋਂ ਲਿਆਂਦੇ ਗਏ ਜਿਹੜੇ ਕੈਦੀ ਹੁੰਦੇ ਸੀ ਉਹਨਾਂ ਨੂੰ ਰੱਖਿਆ ਜਾਂਦਾ ਸੀ। ਉਹ ਜਿਹੜੇ ਵੂਮੈਨਸ ਜਾਂ ਮੈਨਸ ਹੁੰਦੇ ਸੀ ਜਾਂ ਚਿਲਡਰਨ ਹੁੰਦੇ ਸੀ ਉਹਨਾਂ ਨੂੰ ਐਡ ਕੀਤਾ ਜਾਂਦਾ ਸੀ ਇਸ ਚੀਜ਼ਾਂ ਦੇ ਵਿੱਚ ਅਤੇ ਉਹਨਾਂ ਨੂੰ ਇਸਲਾਮ ਮਨਵਾਇਆ ਜਾਂਦਾ ਸੀ ਧੱਕੇ ਨਾਲ। ਅਤੇ ਉਹ ਸੂਫੀ ਸੰਤਾਂ ਦੁਆਰਾ ਇਹ ਚੀਜ਼ਾਂ ਕੀਤੀਆਂ ਜਾਂਦੀਆਂ ਸੀ। ਅਤੇ ਉਹਨਾਂ ਦਾ ਇਲੀਟਰੇਸ਼ਨ ਜਿਹੜੇ ਟਾਊਨ ਸੀਗੇ ਉਹ ਲਿਮਟਿਡ ਸੀਗੇ, ਜਾਣੀ ਕਿ ਪੜ੍ਹੇ ਲਿਖੇ ਲੋਕ ਘੱਟ ਸੀਗੇ। ਜਿਹੜੇ ਪਾਰਸੀਅਨ ਸੀਗੇ ਉੱਥੇ ਦੀ ਲੈਂਗੁਏਜ ਸੀਗੀ ਅਤੇ ਪੰਜਾਬੀ ਨੂੰ ਅੰਡਰ ਇਹਦੇ ਜਿਹੜੇ ਸੂਫੀ ਸੰਤ ਸੀਗੇ ਉਹਦੇ ਅੰਡਰ ਆਈ, ਤਾਂ ਕਰਕੇ ਪੰਜਾਬੀ ਦੇ ਵਿੱਚ ਵੀ ਜਿਹੜੇ ਫਾਰਸੀਅਨ ਵਰਡਸ ਨੇ ਉਹ ਜੁੜ ਗਏ। ਤਾਂ ਇਸ ਤਰੀਕੇ ਨਾਲ ਜਿਹੜਾ ਮੁਸਲਿਮ ਸੁਸਾਇਟੀ ਸੀਗਾ ਉਹ ਫਿਰ 3 ਪਾਰਟਾਂ ਦੇ ਵਿੱਚ ਵੰਡਿਆ ਗਿਆ। ਜਿਹੜੀ ਸਭ ਤੋਂ ਉੱਪਰਲੀ ਕਲਾਸ ਹੁੰਦੀ ਸੀ ਉਹਦੇ ਵਿੱਚ ਜਿਹੜੀਆਂ ਵੂਮੈਨ ਸੀਗੀਆਂ ਉਹਨਾਂ ਨੂੰ ਬਹੁਤ ਵਧੀਆ ਕੰਡੀਸ਼ਨ ਮੰਨੀ ਜਾਂਦੀ ਸੀ ਅਤੇ ਵੂਮੈਨ ਜਿਹੜੀਆਂ ਸੀਗੀਆਂ ਉਹ ਸਪਤਾ ਲੀਵ ਕਰਦੀਆਂ ਸੀਗੀਆਂ ਮਿਸ਼ਰੇਬਲ ਕੰਡੀਸ਼ਨ, ਜਾਣੀ ਕਿ ਫਿਰ ਵੀ ਉਹਨਾਂ ਨੂੰ ਕੀ ਸੀਗਾ ਦੁੱਖ ਤਕਲੀਫਾਂ ਝੱਲਣੀਆਂ ਪੈਂਦੀਆਂ ਸੀ। ਵੂਮੈਨ ਜਿਹੜੀਆਂ ਸੀਗੀਆਂ ਉਹਨਾਂ ਨੂੰ 4 ਜਿਹੜੀਆਂ ਦੀਵਾਰੀਆਂ ਦੇ ਵਿੱਚ ਰਹਿਣਾ ਪੈਂਦਾ ਸੀ ਅਤੇ ਉਹਨਾਂ ਨੂੰ ਬੁਰਕਾ ਪਾ ਕੇ ਰਹਿਣਾ ਪੈਂਦਾ ਸੀ ਅਤੇ ਉਹਨਾਂ ਨੂੰ ਕੋਈ ਵੀ ਅਧਿਕਾਰ ਨਹੀਂ ਸੀਗਾ ਸਿੱਖਿਆ ਪ੍ਰਾਪਤ ਕਰਨ ਦਾ। ਅਤੇ ਉਹਨਾਂ ਦੀ ਓਪੀਨੀਅਨ ਜਿਹੜੇ ਸੀਗੇ ਉਹ ਕਦੇ ਵੀ ਸੁਣੇ ਨਹੀਂ ਜਾਂਦੇ ਸੀ ਕੋਈ ਵੀ ਡਿਸੀਜ਼ਨ ਲੈਣ ਦੇ ਵਿੱਚ। ਅਤੇ ਹਮੇਸ਼ਾ ਉਹਨਾਂ ਨੂੰ ਰਿਚ ਜਿਹੜੀਆਂ ਲੋਕ ਸੀਗੇ ਉਹਨਾਂ ਦੇ ਜਿਹੜੇ ਵੀ ਉਹਨਾਂ ਦੇ ਰੀਤੀ ਰਿਵਾਜ ਸੀਗੇ ਉਹਨਾਂ ਨੂੰ ਮੰਨਣਾ ਪੈਂਦਾ ਸੀਗਾ। ਅਤੇ ਵੂਮੈਨਸ ਨੂੰ ਖਰੀਦਿਆ ਅਤੇ ਵੇਚਿਆ ਜਾਂਦਾ ਸੀਗਾ ਅਤੇ ਉਹਨਾਂ ਨੂੰ ਡਿਵੋਰਸ ਦੇਣਾ ਵੀ ਉਸ ਸਮੇਂ ਦੀ, ਜਾਣੀ ਕਿ ਉਹਨਾਂ ਨੂੰ ਤਲਾਕ ਦੇਣਾ ਵੀ ਇਹ ਉਸ ਸਮੇਂ ਦੀ ਸਭ ਤੋਂ ਵੱਡੀ ਪ੍ਰਥਾ ਚੱਲਦੀ ਸੀਗੀ। ਪੋਜੀਸ਼ਨ ਆਫ ਦੀ ਵੂਮੈਨ ਇਨ ਦੀ ਹਿੰਦੂ ਸੁਸਾਇਟੀ ਅਤੇ ਵੂਮੈਨ ਦੀ ਹਿੰਦੂ ਸੁਸਾਇਟੀ ਦੇ ਵਿੱਚ ਕੀ ਸੀਗਾ ਵੀ ਹਿੰਦੂ ਸੁਸਾਇਟੀ ਦੇ ਵਿੱਚ ਵੀ ਜਿਹੜੀਆਂ ਵੂਮੈਨ ਸੀਗੀਆਂ ਉਹਨਾਂ ਨੂੰ ਕੋਈ ਚੰਗਾ ਸਥਾਨ ਨਹੀਂ ਮਿਲਿਆ ਹੋਇਆ ਸੀਗਾ। ਜਿਹੜੀਆਂ ਭਰੂਣ ਹੱਤਿਆ ਜਿਹੜੀ ਸੀਗੀ ਉਹ ਚੱਲ ਰਹੀ ਸੀਗੀ ਉਸ ਸਮੇਂ। ਅਤੇ ਜਿਹੜੀਆਂ ਕੁੜੀਆਂ ਸੀਗੀਆਂ ਉਹਨਾਂ ਨੂੰ ਹਲੇ ਵੀ ਚਾਈਲਡ ਜਿਹੜੀ ਅਰਲੀਅਰ ਛੋਟੀ ਉਮਰ ਦੇ ਵਿੱਚ ਉਹਨਾਂ ਦਾ ਵਿਆਹ ਕਰ ਦਿੱਤਾ ਜਾਂਦਾ ਸੀ। ਤਾਂ ਉਸ ਨੂੰ ਜੇਕਰ ਉਹਨਾਂ ਦਾ ਪਤੀ ਮਰ ਜਾਂਦਾ ਸੀ ਤਾਂ ਉਹਨੂੰ ਸਤੀ ਪ੍ਰਥਾ ਮੰਨ ਕੇ ਉਹਨਾਂ ਨੂੰ ਉਹਨਾਂ ਦੇ ਪਤੀ ਦੇ ਨਾਲ ਹੀ ਜਲਾ ਦਿੱਤਾ ਜਾਂਦਾ ਹੁੰਦਾ ਸੀਗਾ। ਤਾਂ ਇਸ ਹਿੰਦੂ ਸੁਸਾਇਟੀ ਦੇ ਵਿੱਚ ਇੱਦਾਂ ਦੇ ਹਲੇ ਵੀ ਰੂਲ ਚੱਲ ਰਹੇ ਸੀਗੇ।
ਨੈਕਸਟ ਹੈਗਾ ਵਾ ਵੀ ਗੁਰੂ ਨਾਨਕ ਦੇਵ ਜੀ ਨੇ ਜਦੋਂ ਇਹ ਚੀਜ਼ਾਂ ਬਾਰੇ ਪਤਾ ਲੱਗਿਆ ਤਾਂ ਉਹਨਾਂ ਨੇ ਵੂਮੈਨ ਦੀ ਰਿਸਪੈਕਟ ਦੇ ਲਈ ਕਈ ਚੀਜ਼ਾਂ ਕੀਤੀਆਂ ਅਤੇ ਉਹਨਾਂ ਨੇ ਹਮੇਸ਼ਾ ਵੂਮੈਨਸ ਨੂੰ ਅਤੇ ਗੁਰੂ ਨਾਨਕ ਦੇਵ ਜੀ ਨੇ ਜਿਹੜਾ ਸੰਗਤ ਅਤੇ ਪੰਗਤ ਪ੍ਰਥਾ ਚਲਾਈ ਜਿਹਦੇ ਵਿੱਚ ਵੂਮੈਨਸ ਨੂੰ ਇਨਕਲੂਡ ਕੀਤਾ ਗਿਆ ਅਤੇ ਉਹਨਾਂ ਨੇ ਆਪਣੀ ਬਾਣੀ ਦੇ ਵਿੱਚ ਦੱਸਿਆ ਸੋ ਕੋਏ ਮੰਦਾ ਆਖੀਏ ਚਿਤ ਜੀਵੇ ਚੁੰਮੇ ਪਾਰ ਵੀ ਜਿਹੜਾ ਉਸ ਬੰਦੇ ਕਹਿੰਦਾ ਵੀ ਜਿਹੜੇ ਰੱਬ ਨੇ ਸਾਨੂੰ ਜਿਨ੍ਹਾਂ ਨੂੰ ਜੰਮਤਾ ਚਾਹੇ ਉਹ ਰਾਜਾ ਹੋਇਆ ਚਾਹੇ ਗਰੀਬ ਹੋਇਆ ਉਹ ਸਾਰੇ ਇੱਕੋ ਤਰ੍ਹਾਂ ਦੇ ਨੇ। ਤਾਂ ਇਸ ਕਰਕੇ ਉਹਨਾਂ ਨੇ ਜਿਹੜੀ 16ਵੀਂ ਸਦੀ ਦੇ ਵਿੱਚ ਹਿੰਦੂ ਲੋਕਾਂ ਜਿਹੜੀਆਂ ਵੂਮੈਨ ਸੀਗੀਆਂ ਉਹਨਾਂ ਜਿਹੜੇ ਸੈਕਸ਼ਨ ਵੰਡੇ ਹੋਏ ਸੀ ਉਹਨਾਂ ਦਾ ਕ੍ਰਿਟੀਸਾਈਜ਼ ਕੀਤਾ। ਪਹਿਲਾ ਸੀਗਾ ਵੈਸ਼ਯ ਸੈਕਸ਼ਨ ਦੀਆਂ, ਇਹ ਬਿਲੀਵ ਕਰਦੇ ਹੁੰਦੇ ਸੀਗੇ ਵਿਸ਼ਨੂੰ ਜੀ ਦੀ ਪ੍ਰਾਰਥਨਾ ਦੇ ਉੱਤੇ, ਅਤੇ ਇਹ ਜਿਹੜੇ ਹੁੰਦੇ ਸੀ ਰਾਮ ਅਤੇ ਕ੍ਰਿਸ਼ਨ ਜੀ ਨੂੰ ਆਪਣਾ ਮੋਢੀ ਮੰਨਦੇ ਹੁੰਦੇ ਸੀ ਅਤੇ ਜ਼ਿਆਦਾਤਰ ਕੀ ਹੁੰਦੇ ਸੀ ਸ਼ਾਕਾਹਾਰੀ ਹੁੰਦੇ ਸੀ। ਸ਼ਿਵਮ ਸੈਕਸ਼ਨ ਜਿਹੜੇ ਕਿ ਸ਼ਿਵ ਜੀ ਨੂੰ ਮੰਨਦੇ ਹੁੰਦੇ ਸੀਗੇ ਅਤੇ ਸ਼ਿਵਾ ਜੀ ਦੀ ਪੂਜਾ ਕਰਦੇ ਹੁੰਦੇ ਸੀਗੇ ਅਤੇ ਉੱਥੇ ਦੇ ਇਹ ਧਾਰਮਿਕ ਰਹਿੰਦੇ ਹੁੰਦੇ ਸੀ। ਅਤੇ ਇਹ ਗੋਰਖਾਪਟਨਮ, ਨਾਗਪੱਠੀ ਅਤੇ ਯੋਗੀਸ ਇਹ ਜਿਹੜੇ ਲੋਕ ਹੁੰਦੇ ਸੀ ਇਹਨਾਂ ਨਾਲ ਜੁੜੇ ਹੋਏ ਸੀ। ਸ਼ਕਤੀ ਸੈਕਸ਼ਨ ਇਹ ਜਿਹੜੇ ਬਿਲੋਂਗ ਕਰਦੇ ਹੁੰਦੇ ਸੀਗੇ ਲਾਰਡਸ ਜਿਹੜੀ ਕਾਲੀ ਮਾਤਾ ਅਤੇ ਦੁਰਗਾ ਮਾਤਾ ਦੀ ਪੂਜਾ ਕਰਦੇ ਹੁੰਦੇ ਜਿਨ੍ਹਾਂ ਨੂੰ ਉਹ ਸ਼ਕਤੀ ਮੰਨਦੇ ਹੁੰਦੇ ਸੀਗੇ ਅਤੇ ਇਹਨਾਂ ਦੇ ਲਈ ਉਹ ਜਿਹੜੇ ਜਾਨਵਰਾਂ ਨੂੰ ਸੀਗਾ ਉਹਨਾਂ ਨੂੰ ਮਾਰਿਆ ਜਾਂਦਾ ਹੁੰਦਾ ਸੀਗਾ। ਨੈਕਸਟ ਹੈਗਾ ਵਾ ਵੀ ਜਿਹੜੇ ਲੋਕਲ ਹੋਰ ਜਿਹੜੀਆਂ ਦੇਵੀਆਂ ਹੁੰਦੀਆਂ ਸੀਗੀਆਂ ਜਿਵੇਂ ਸ਼ੀਤਲਾ ਮਾਤਾ, ਹੋਰ ਵੀ ਇਹਨਾਂ ਪੋਪੂਲਰ ਸੀਗੀਆਂ ਉਸ ਸਮੇਂ ਦੀਆਂ। ਅਤੇ ਪੰਜਾਬ ਦੇ ਕਈ ਏਰੀਆ ਦੇ ਵਿੱਚ ਜਿਹੜੇ ਬੁੱਧਾ ਅਤੇ ਜੈਨ ਲੋਕ ਸੀਗੇ ਉਹ ਵੀ ਪਲੇਨ ਏਰੀਆ ਦੇ ਵਿੱਚ ਰਹਿੰਦੇ ਹੁੰਦੇ ਸੀਗੇ। ਤਾਂ ਇੱਥੇ ਤਾਂ ਜ਼ਿਆਦਾਤਰ ਹਿੰਦੂ ਧਰਮ ਦੇ ਵਿੱਚ ਜਿਹੜੇ ਵੇਦ ਸੀਗੇ ਰਾਮਾਇਣਾ, ਮਹਾਭਾਰਤ ਅਤੇ ਉਪਨਿਸ਼ਦ ਅਤੇ ਗੀਤਾ ਨੂੰ ਉਹਨਾਂ ਨੂੰ ਪੜ੍ਹਾਇਆ ਜਾਂਦਾ ਸੀ। ਟੀਚਿੰਗ ਜਿਹੜੀਆਂ ਗੁਰੂ ਨਾਨਕ ਦੇਵ ਜੀ ਨੇ ਦਿੱਤੀਆਂ, ਪਹਿਲਾਂ ਸੀਗਾ ਵੀ ਰੱਬ ਇੱਕ ਹੈ, ਗੁਰੂ ਨਾਨਕ ਦੇਵ ਜੀ ਮੰਨਦੇ ਸੀ ਵੀ ਜਿਹੜੇ ਰੱਬ ਆ ਉਹ ਇੱਕ ਹੀ ਆ ਅਤੇ ਉਹ ਸਾਰੇ ਜਿਹੜੇ ਨੇ ਉਹ ਰੱਬ ਦੀ ਹੀ ਔਲਾਦ ਨੇ। ਗੋਡ ਇਜ਼ ਫੇਮਲੈਸ ਵੀ ਜਿਹੜਾ ਰੱਬ ਆ ਉਹਦਾ ਕੋਈ ਵੀ ਆਕਾਰ ਨਹੀਂ ਹੈਗਾ ਅਤੇ ਉਹਦਾ ਕੋਈ ਵੀ ਕਲਰ ਨਹੀਂ ਹੈਗਾ। ਜਿਹੜਾ ਰੱਬ ਆ ਉਹ ਸਾਰੇ ਕਿਤੇ ਵੱਸਦਾ ਵਾ, ਉਹਨੂੰ ਕਿਤੇ ਵੀ ਲੱਭਣ ਦੀ ਲੋੜ ਨਹੀਂ ਹੈਗੀ। ਜਿਹੜਾ ਗੋਡ ਆ ਉਹ ਕੀ ਆ ਸਾਡੇ ਅੰਦਰ ਵੱਸਦਾ ਵਾ ਅਤੇ ਉਹ ਹਮੇਸ਼ਾ ਸਾਡੇ ਜਿਹੜਾ ਵਰਲਡ ਆ ਉਹਦੇ ਨਾਲ ਜੁੜਿਆ ਰਹਿੰਦਾ ਵਾ। ਇੰਪੋਰਟੈਂਸ ਆਫ ਟੂ ਦੀਆਂ ਹਿੰਦੂ ਹਾਕਮ ਜਿਹੜੀਆਂ ਇਹਦੇ ਵਿੱਚ ਜਿਹੜੀਆਂ ਸਾਡੀਆਂ ਇੱਛਾਵਾਂ ਹੁੰਦੀਆਂ ਨੇ ਉਹ ਬੰਦੇ ਦੀਆਂ ਪੂਰੀਆਂ ਕੌਣ ਕਰਦਾ? ਰੱਬ ਕਰਦਾ ਵਾ। ਤਾਂ ਸਾਨੂੰ ਰੱਬ ਦੇ ਅਕੋਰਡਿੰਗ ਹੀ ਚੱਲਣਾ ਚਾਹੀਦਾ ਵਾ। ਮਰਸੀਫੁਲ ਵੀ ਜਿਹੜਾ ਰੱਬ ਆ ਉਹ ਦਇਆਵਾਨ ਆ, ਉਹ ਸਾਰਿਆਂ ਦੇ ਬਾਰੇ ਕੀ ਆ ਸੋਚਦਾ ਵਾ ਅਤੇ ਉਹ ਸਾਨੂੰ ਹਮੇਸ਼ਾ ਉਹਨਾਂ ਦੀ ਸਿਮਰਨ ਅਤੇ ਪ੍ਰਾਰਥਨਾ ਕਰਨੀ ਚਾਹੀਦੀ ਆ। ਨੈਕਸਟ ਹੈਗਾ ਗੋਡ ਇਜ਼ ਗ੍ਰੇਟ ਵੀ ਜਿਹੜਾ ਰੱਬ ਆ ਉਹ ਸਭ ਤੋਂ ਮਹਾਨ ਆ ਅਤੇ ਉਹ ਤੋਂ ਬਿਨਾਂ ਹੋਰ ਕੋਈ ਵੀ ਹੈ ਨਹੀਂ। ਗੁਰੂ ਨਾਨਕ ਦੇਵ ਜੀ ਦਾ ਜਿਹੜਾ ਆਖਰੀ ਸਮਾਂ ਸੀ ਉਹ ਕਰਤਾਰਪੁਰ ਦੇ ਵਿੱਚ ਬੀਤਿਆ। ਸੁਲਤਾਨਪੁਰ ਲੋਧੀ ਵਿੱਚ 1521 ਦੇ ਵਿੱਚ ਗੁਰੂ ਨਾਨਕ ਦੇਵ ਜੀ ਵਿਜ਼ਿਟ ਕਰ ਗਏ ਆਪਣੇ ਨੀਅਰ ਪਲੇਸ ਜਿਹੜਾ ਪੰਜਾਬ ਦੇ ਵਿੱਚ ਸੀਗਾ। 1522 ਈਸਵੀ ਦੇ ਵਿੱਚ ਉਹਨਾਂ ਨੇ ਇੱਕ ਛੋਟਾ ਜਿਹਾ ਸ਼ਹਿਰ ਵਸਾਇਆ ਜਿਹਦਾ ਨਾਮ ਸੀ ਕਰਤਾਰਪੁਰ, ਜਿਹੜਾ ਕਿ ਰਾਵੀ ਨਦੀ ਦੇ ਕੰਢੇ ਸੀਗਾ। ਉਹਨਾਂ ਨੇ ਉੱਥੇ ਆਪਣੇ 18 ਸਾਲ ਜਿਹੜੀ ਆਪਣੀ ਲਾਈਫ ਆ ਉੱਥੇ ਬਿਤਾਈ ਅਤੇ ਉਹ ਆਪਣੀ ਫੈਮਿਲੀ ਦੇ ਨਾਲ ਜੁੜ ਕੇ ਉਹਨਾਂ ਨੇ ਘਰੇਲੂ ਕੰਮ ਵੀ ਦੇਖੇ ਅਤੇ ਉਹਨਾਂ ਨੇ ਆਪਣਾ ਜਿਹੜੀ ਲਾਈਫ ਸੀਗੀ ਉਹ ਕਿਸਾਨੀ ਦੇ ਤੌਰ 'ਤੇ ਬਿਤਾਈ ਅਤੇ ਉਹਨਾਂ ਨੇ ਹਮੇਸ਼ਾ ਆਪਣੇ ਜਿਹੜਾ ਆਦਰਸ਼ ਜਿਹੜਾ ਘਰ ਦਾ ਕੰਮ ਕੀਤਾ ਅਤੇ ਉਹ ਕਰਤਾਰਪੁਰ ਦੇ ਵਿੱਚ ਰਹੇ। ਅਤੇ ਉਹਨਾਂ ਨੇ ਦੱਸਿਆ ਨਮੋ ਜਪੋ ਕਿਰਤ ਕਰੋ, ਨਾਮ ਜਪੋ ਅਤੇ ਕਿਰਤ ਕਰੋ। ਉਹਨਾਂ ਨੇ ਇਹ ਜਿਹੜਾ ਸਲੋਗਨ ਸੀਗਾ ਉੱਥੇ ਦਿੱਤਾ ਅਤੇ ਸਾਰਿਆਂ ਨਾਲ ਵੰਡ ਕੇ ਛਕੋ ਵੀ ਸਾਰਿਆਂ ਨਾਲ ਮਿਲ ਕੇ ਛਕੋ। ਤਾਂ ਇਸ ਚੀਜ਼ਾਂ ਨਾਲ ਉਹਨਾਂ ਨੇ ਡੈਲੀਗੇਸ਼ਨ ਕੀਤੀਆਂ ਅਤੇ ਜਿਹੜੀਆਂ ਉਹਨਾਂ ਨੂੰ ਮੰਨਣ ਵਾਲੇ ਲੋਕ ਸੀਗੇ ਜਿਵੇਂ ਭਾਈ ਲਹਿਣਾ ਜੀ ਉਹਨਾਂ ਤੋਂ ਕਾਫੀ ਇੰਪ੍ਰੈਸ ਹੋਏ ਅਤੇ ਉਹਨਾਂ ਨੇ ਗੁਰੂ ਨਾਨਕ ਦੇਵ ਜੀ ਨੇ ਆਪਣੀ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਉਹਨਾਂ ਨੇ ਭਾਈ ਲਹਿਣਾ ਜੀ ਨੂੰ ਆਪਣੀ ਗੁਰਗੱਦੀ ਦਿੱਤੀ ਅਤੇ ਉਹਨਾਂ ਨੂੰ ਨਾਮ ਦਿੱਤਾ ਗੁਰੂ ਅੰਗਦ ਦੇਵ ਜੀ। ਗੁਰੂ ਅੰਗਦ ਦੇਵ ਜੀ ਜਿਹੜੇ ਕਿ ਦੂਜੇ ਗੁਰੂ ਬਣੇ ਸਿੱਖਾਂ ਦੇ ਅਤੇ 22 ਸਤੰਬਰ 1539 ਦੇ ਵਿੱਚ ਗੁਰੂ ਨਾਨਕ ਦੇਵ ਜੀ ਜਿਹੜੇ ਸੀਗੇ ਉਹ ਇਸ ਸੰਸਾਰ ਨੂੰ ਛੱਡ ਕੇ ਕਰਤਾਰਪੁਰ ਦੇ ਵਿੱਚ ਛੱਡ ਕੇ ਚਲੇ ਗਏ। ਤਾਂ ਗੁਰੂ ਨਾਨਕ ਦੇਵ ਜੀ ਨੂੰ ਜਿਹੜਾ ਫਕੀਰ ਵੀ ਕਿਹਾ ਜਾਂਦਾ ਅਤੇ ਹਿੰਦੂਆਂ ਦਾ ਉਹਨਾਂ ਨੂੰ ਕੀ ਕਿਹਾ ਜਾਂਦਾ? ਗੁਰੂ ਕਿਹਾ ਜਾਂਦਾ ਅਤੇ ਮੁਸਲਮਾਨਾਂ ਦਾ ਪੀਰ ਵੀ ਕਿਹਾ ਜਾਂਦਾ ਸੀ। ਇਹ ਸੀਗਾ ਗੁਰੂ ਨਾਨਕ ਦੇਵ ਜੀ ਦਾ ਜੀਵਨ ਜਿਹੜਾ ਕਿ ਮੈਂ ਪੂਰਾ ਇਸ ਟਰਾਂਸਲੇਸ਼ਨ ਦਿੱਤੀ ਹੈ ਇਸ ਚੈਪਟਰ ਦੀ ਕੱਲੀ। ਆਈ ਹੋਪ ਤੁਹਾਨੂੰ ਸਮਝ ਆਈ ਹੋਵੇਗੀ। ਤਾਂ ਤੁਸੀਂ ਇਹਨੂੰ ਪ੍ਰੋਪਰ ਇਸ ਤਰੀਕੇ ਨਾਲ ਸਮਝਣਾ ਵਾ ਅਤੇ ਇਹਦੇ ਕੁਐਸਚਨ ਆਨਸਰ ਨੂੰ ਲਰਨ ਕਰਨ ਦੀ ਕੋਸ਼ਿਸ਼ ਕਰਨੀ ਹੈ। ਬਹੁਤ ਜ਼ਿਆਦਾ ਈਜ਼ੀ ਚੈਪਟਰ ਆ ਅਤੇ ਇਹਦੇ ਵਿੱਚ ਸਾਨੂੰ ਕਈ ਤਰ੍ਹਾਂ ਦੀਆਂ ਟੀਚਿੰਗਸ ਵੀ ਮਿਲਦੀਆਂ ਨੇ। Thanks a lot watching for my session, and which students has been come to their first time on my YouTube channel, so please subscribe this channel and share with others. I will also be continues with the 9th class books translation, and I will also give their question answers in my this session. Thanks a lot watching for my session.